ਟੱਬਰ ਟਾਕਸ ਦੇ ਵਿੱਚ ਤੁਹਾਡਾ ਸਵਾਗਤ ਹੈ। ਦੋਸਤੋ, ਜਿਵੇਂ ਕਿ ਹਰ ਟੱਬਰ ਦੇ ਵਿੱਚ ਹਰੇਕ ਚੀਜ਼ ਨੂੰ ਲੈ ਕੇ ਅੱਡ-ਅੱਡ ਵਿਚਾਰ ਹੁੰਦੇ ਆ। ਹਰ ਬੰਦੇ ਦੇ ਆਪਦੇ ਵਿਅਕਤੀਗਤ ਵਿਚਾਰ ਹੁੰਦੇ ਆ ਤੇ ਉਹਨਾਂ ਵਿਚਾਰਾਂ ਨੂੰ ਲੈ ਕੇ ਕਈ ਵਾਰ ਤਕਰਾਰ ਵੀ ਹੋ ਜਾਂਦੀ ਹੈ। ਰੀਸੈਂਟਲੀ ਅਸੀਂ ਚਾਰਾਂ ਜਾਣਿਆਂ ਨੇ ਮਿਰਜ਼ਾਪੁਰ ਸੀਰੀਜ਼ ਦੇਖੀ ਹੈ। ਮਿਰਜ਼ਾਪੁਰ ਸੀਰੀਜ਼ ਜੋ ਕਿ ਐਮਾਜ਼ਨ ਪ੍ਰਾਈਮ ਦੇ OTT ਪਲੇਟਫਾਰਮ ਤੇ ਰਿਲੀਜ਼ ਹੋਈ ਹੈ। ਸਾਲ ਹੋ ਚੁੱਕਿਆ ਸੀਜ਼ਨ 2 ਆਏ ਨੂੰ, ਬਟ ਅਸੀਂ ਅੱਡ-ਅੱਡ ਟਾਈਮ ਤੇ ਦੇਖੀ ਹੈ ਤੇ ਹੁਣ ਚਾਰਾਂ ਨੇ ਟੱਬਰ 'ਚੋਂ ਦੇਖ ਲਈ ਹੈ ਤੇ ਅਸੀਂ ਉਸ ਬਾਰੇ ਗੱਲ ਕਰਨਾ ਚਾਹੁੰਦੇ ਸੀ। ਤਾਂ ਅਸੀਂ ਸੋਚਿਆ ਤੁਹਾਨੂੰ ਵੀ ਕਿਉਂ ਨਾ ਇਸ ਗੱਲਬਾਤ ਦੇ ਵਿੱਚ ਸ਼ਾਮਿਲ ਕੀਤਾ ਜਾਏ। ਆਓ ਇਸ ਸੀਰੀਜ਼ ਬਾਰੇ ਗੱਲ ਕਰਦੇ ਹਾਂ ਤੇ ਗੱਲ ਦੀ ਸ਼ੁਰੂਆਤ ਕਰਦੇ ਹਾਂ ਮੰਮੀ ਤੋਂ, ਭਾਵ ਕਿ ਡਾਕਟਰ ਚਰਨਜੀਤ ਕੌਰ ਜੀ ਤੋਂ। ਡਾਕਟਰ ਚਰਨਜੀਤ ਕੌਰ ਜੀ, ਦੱਸੋ ਤੁਹਾਨੂੰ ਮਿਰਜ਼ਾਪੁਰ ਬਾਰੇ ਕੀ ਕਹਿਣਾ ਚਾਹੋਗੇ? ਸਭ ਤੋਂ ਪਹਿਲਾਂ ਤਾਂ ਮੈਂ ਇੱਕ ਗੱਲ ਸਾਡੇ ਦਰਸ਼ਕਾਂ ਨੂੰ ਇਹ ਦੱਸਣਾ ਚਾਹੁੰਦੀ ਹਾਂ ਕਿ ਇਹ ਇੱਕ ਐਸੀ ਸੀਰੀ ਹੈ ਜਿਹੜੀ ਕਿ ਅਸੀਂ ਕਹਿੰਦੇ ਹਾਂ ਕਿ ਪਰਿਵਾਰ ਇਕੱਠੇ ਬੈਠ ਕੇ ਨਹੀਂ ਦੇਖ ਸਕਦੇ। ਇਸੇ ਕਰਕੇ ਹੀ ਇਸ ਸੀਰੀ ਨੂੰ ਅਸੀਂ ਅਲੱਗ-ਅਲੱਗ ਦੇਖਿਆ। ਮੈਂ ਤੇ ਮੇਰੀ ਬੇਟੀ ਦੋਹਾਂ ਨੇ ਇਕੱਠੇ ਬੈਠ ਕੇ ਦੇਖਿਆ। ਪਿੱਛੇ ਜਿਹੜਾ ਕਪਲ ਬੈਠਾ ਹੈ, ਸਾਡੇ ਬੱਚੇ, ਇਹਨਾਂ ਨੇ ਇਕੱਠਿਆਂ ਦੇਖਿਆ ਹੋਏਗਾ ਜਾਂ ਅੱਡ-ਅੱਡ ਦੇਖਿਆ, ਪਰ ਇਹਨਾਂ ਨੇ ਦੇਖਿਆ। ਤੇ ਜਦੋਂ ਅਸੀਂ ਇਸ ਦੇ ਬਾਰੇ ਬਹਿਸ ਕਰਦੇ ਹਾਂ ਜਾਂ ਗੱਲਬਾਤ ਕਰਦੇ ਹਾਂ, ਸਾਡੀਆਂ ਜਿਹੜੀਆਂ ਰਾਵਾਂ ਨੇ ਉਹ ਵੱਖਰੀਆਂ ਵੱਖਰੀਆਂ ਹੋ ਜਾਂਦੀਆਂ ਨੇ। ਤੇ ਸਾਨੂੰ ਇਉਂ ਲੱਗਦਾ ਵੀ ਜੇ ਸਾਡੀਆਂ ਰਾਵਾਂ ਇੱਕ ਪਰਿਵਾਰ ਦੇ ਵਿੱਚ ਇਸ ਤਰ੍ਹਾਂ ਵੱਖਰੀਆਂ ਵੱਖਰੀਆਂ ਹੋ ਸਕਦੀਆਂ ਤੇ ਇਸ ਦੇ ਬਾਵਜੂਦ ਅਸੀਂ ਇੱਕ ਦੂਜੇ ਨੂੰ ਫਿਰ ਵੀ ਮੁਹੱਬਤ ਕਰਦੇ ਰਹਿੰਦੇ ਹਾਂ, ਵਿਚਾਰਾਂ ਦੇ ਵਿਰੋਧ ਦੇ ਬਾਵਜੂਦ। ਤੇ ਸਮਾਜ ਦੇ ਵਿੱਚ ਜਦੋਂ ਇੰਨੇ ਵੱਖਰੀ ਤਰ੍ਹਾਂ ਦੇ ਲੋਕ ਹੁੰਦੇ ਨੇ, ਅਸੀਂ ਛੋਟੀਆਂ ਗੱਲਾਂ ਤੇ ਕਿਵੇਂ ਲੜ ਪੈਂਦੇ ਹਾਂ। ਸੋ ਆਪਸ ਦੇ ਵਿੱਚ ਗੱਲਾਂ ਬਾਤਾਂ ਦੇ ਰਾਹੀਂ, ਇੱਕ ਦੂਜੇ ਨਾਲ ਵਿਚਾਰ ਵਟਾਂਦਰੇ ਰਾਹੀਂ ਅਸੀਂ ਜ਼ਿਆਦਾ ਵਧੀਆ ਸੰਬੰਧ ਸਿਰਜ ਸਕਦੇ ਹਾਂ। ਸੋ ਇਹ ਸੀਰੀ ਜਦੋਂ ਅਸੀਂ ਦੇਖੀ, ਸਾਰਿਆਂ ਨੇ ਅਲੱਗ-ਅਲੱਗ ਰੂਪ ਵਿੱਚ ਦੇਖੀ ਤੇ ਸਾਡੀਆਂ ਜਿਹੜੀਆਂ ਆਪਸ ਦੇ ਵਿੱਚ ਗੱਲਾਂ ਬਾਤਾਂ ਹੁੰਦੀਆਂ ਨੇ ਉਹ ਅਸੀਂ ਅੱਜ ਆਪਣੇ ਜਿਹੜੇ ਦਰਸ਼ਕਾਂ ਦੇ ਨਾਲ ਉਹਦੀ ਸਾਂਝ ਪਵਾਉਣੀ ਚਾਹੁੰਦੇ ਹਾਂ। ਸਭ ਤੋਂ ਪਹਿਲੀ ਗੱਲ, ਕੋਈ ਵੀ, ਚਾਹੇ ਉਹ ਸੀਰੀਜ਼ ਹੋਵੇ, ਚਾਹੇ ਕੋਈ ਫਿਲਮ ਹੋਵੇ, ਚਾਹੇ ਕੋਈ ਕਿਤਾਬ ਵੀ ਕਿਉਂ ਨਾ ਹੋਵੇ, ਉਹ ਕੋਈ ਵੀ ਚੀਜ਼ ਮੁਕੰਮਲ ਰੂਪ ਵਿੱਚ ਜੇ ਅਸੀਂ ਕਹੀਏ ਕਿ ਸਾਡੇ ਅਨੁਸਾਰ ਹੀ ਹੋਵੇ, ਹੋ ਨਹੀਂ ਸਕਦਾ ਹੁੰਦਾ। ਤੇ ਇਸੇ ਤਰ੍ਹਾਂ ਇਸ ਸੀਰੀਅਲ ਦੇ ਵਿੱਚ ਵੀ ਮੈਂ ਜੇ ਕਹਾਂ ਕਿ ਸਾਰੀਆਂ ਚੀਜ਼ਾਂ ਬਹੁਤ ਵਧੀਆ ਨਹੀਂ ਹੈ, ਪਰ ਸਾਰੀਆਂ ਚੀਜ਼ਾਂ ਇਹਦੇ ਵਿੱਚ ਸੁੱਟ ਪਾਉਣ ਵਾਲੀਆਂ ਵੀ ਨਹੀਂ ਹੈ। ਸੋ ਇਸ ਨੂੰ ਅਸੀਂ ਇਸੇ ਤਰ੍ਹਾਂ ਹੀ ਦੇਖਣ ਦਾ ਯਤਨ ਕੀਤਾ। ਹੁਣ ਮੈਨੂੰ ਪਹਿਲਾਂ ਇਹ ਪਤਾ ਨਹੀਂ ਲੱਗਦਾ ਕਿ ਮੈਂ ਇਸ ਦੀਆਂ ਜਿਹੜੀਆਂ ਜ਼ਿਆਦਾ ਵਧੀਆ ਗੱਲਾਂ ਨੇ ਮੈਂ ਉਹ ਤੁਹਾਨੂੰ ਦੱਸਣੀ ਸ਼ੁਰੂ ਕਰਾਂ, ਜਾਂ ਇਹਦੇ ਵਿੱਚ ਜਿਹੜੀਆਂ ਗੱਲਾਂ ਮੈਨੂੰ ਬਹੁਤ ਹੀ ਬੁਰੀਆਂ ਲੱਗੀਆਂ ਆਪਾਂ ਇੱਕ ਕਰਕੇ ਗੱਲ ਸ਼ੁਰੂ ਕਰ ਦਿੰਦੇ ਹਾਂ। ਤਾਂ ਸਭ ਤੋਂ ਪਹਿਲਾਂ ਤੁਹਾਨੂੰ ਸੀਰੀਜ਼ ਦੀ ਸਭ ਤੋਂ ਚੰਗੀ ਗੱਲ ਕਿਹੜੀ ਲੱਗੀ, ਪਹਿਲਾਂ ਉਹਦੇ ਬਾਰੇ ਗੱਲ ਕਰ ਲਈਏ। ਇਸ ਸੀਰੀਜ਼ ਦੀ ਸਭ ਤੋਂ ਵਧੀਆ ਗੱਲ ਇਸ ਦੇ ਵਿੱਚ ਜਿਹੜੇ ਨਾਰੀ ਪਾਤਰ ਨੇ, ਕਿਉਂਕਿ ਮੇਰਾ ਫੀਲਡ ਨਾਰੀਵਾਦ ਹੈਗਾ, ਇਸ ਕਰਕੇ ਮੇਰਾ ਜਿਹੜਾ ਸਭ ਤੋਂ ਪਹਿਲਾਂ ਧਿਆਨ ਉਹਨਾਂ ਔਰਤਾਂ 'ਤੇ ਜਾਂਦਾ ਹੈ ਕਿ ਉਹਨਾਂ ਨੇ ਔਰਤਾਂ ਨੂੰ ਕਿਸ ਤਰ੍ਹਾਂ ਡੀਲ ਕੀਤਾ ਹੈ ਇਹ ਸੀਰੀ ਦੇ ਵਿੱਚ। ਸੱਚਮੁੱਚ ਇਸ ਦੀ ਜਿਹੜੀ ਸਟੋਰੀ ਲਾਈਨ ਹੈ ਤੇ ਜਾਂ ਕਹਿਦਾ ਜਿਹੜੀ ਇਸ ਦੀ ਸਕ੍ਰਿਪਟ ਹੈ, ਉਸ ਦੇ ਕਲਾ ਪੱਖ ਬਾਰੇ ਤਾਂ ਮੈਂ ਬਾਅਦ 'ਚ ਗੱਲ ਕਰੂੰਗੀ। ਪਹਿਲਾਂ ਮੈਂ ਇਸ ਦੇ ਜਿਹੜੇ ਕਰੈਕਟਰ ਨੇ, ਖਾਸ ਕਰਕੇ ਨਾਰੀ ਕਰੈਕਟਰ, ਮੈਂ ਉਹਨਾਂ ਬਾਰੇ ਗੱਲ ਕਰਨਾ ਚਾਹੁੰਦੀ ਹਾਂ ਕਿ ਜਦੋਂ ਅਸੀਂ ਇਹ ਸੀਰੀਅਲ ਦੇਖਦੇ ਹਾਂ ਸਾਨੂੰ ਲੱਗਦਾ ਕਿ ਔਰਤਾਂ ਦੀ ਹਾਲਤ ਹੈ ਜਿਹੜੀ ਉਹ ਖਾਸੀ ਮਾੜੀ ਹੈ। ਸੁਸਾਇਟੀ ਦੇ ਵਿੱਚ ਤਾਂ ਹਾਲਤ ਮਾੜੀ ਹੈ ਤੇ ਸੀਰੀ ਦੇ ਵਿੱਚ ਵੀ ਸਾਨੂੰ ਇਉਂ ਲੱਗਦਾ ਔਰਤਾਂ ਨੂੰ ਕਿਵੇਂ ਦਬਾਇਆ ਜਾ ਰਿਹਾ ਹੈ, ਕਿਵੇਂ ਵਰਗਲਾਇਆ ਜਾ ਰਿਹਾ ਹੈ, ਕਿਵੇਂ ਉਹਨਾਂ ਦਾ ਸ਼ੋਸ਼ਣ ਹੋ ਰਿਹਾ ਹੈ। ਪਰ ਜਦੋਂ ਮੈਂ ਉਹਨਾਂ ਨੂੰ ਦੇਖਦੀ ਹਾਂ ਇੱਕ ਔਰਤ ਰੂਪ ਵਿੱਚ, ਜਿਸ ਤਰ੍ਹਾਂ ਇਸ ਮਸਲੇ ਨੂੰ ਡੀਲ ਕੀਤਾ ਹੋਇਆ ਹੈਗਾ, ਉਹ ਇੰਨੀਆਂ ਸ਼ਕਤੀਸ਼ਾਲੀ ਪਾਤਰ ਨੇ। ਨਾ ਉਹਨਾਂ ਕੋਲੇ ਹਥਿਆਰ ਹੈ, ਨਾ ਉਹਨਾਂ ਕੋਲੇ ਕੋਈ ਉਸ ਤਰ੍ਹਾਂ ਦੀ ਸਮਾਜਿਕ ਪਾਵਰ ਹੈ, ਨਾ ਹੀ ਉਹਨਾਂ ਦੇ ਕੋਲੇ ਪਰਿਵਾਰਕ ਸ਼ਕਤੀ ਤਾਂ ਉਹਨਾਂ ਦੇ ਕੋਲੇ ਕੀ ਹੋਣੀ ਹੈ, ਚਲੋ ਹੈਗੀ ਵੀ ਪਰਿਵਾਰ ਦੇ ਵਿੱਚ ਹੀ ਉਹਨਾਂ ਕੋਲੇ ਮਾੜੀ ਮੋਟੀ ਸ਼ਕਤੀ ਹੁੰਦੀ ਹੈ, ਪਰ ਉਹ ਦੇਖਣ ਦੀ ਸ਼ਕਤੀ ਹੁੰਦੀ ਹੈ। ਸੱਚਮੁੱਚ ਜਿਹੜੀ ਉਹਦੀ ਆਪਾਂ ਕਹਿੰਦੇ ਹਾਂ ਪਾਵਰ, ਉਹ ਕਿਤੇ ਹੋਰ ਪਈ ਹੁੰਦੀ ਆ, ਉਹ ਕਿਸੇ ਮਰਦ ਦੇ ਪਾਸ ਪਈ ਹੁੰਦੀ ਆ, ਮਰਦਾਵੇਂ ਪ੍ਰਬੰਧ ਪਾਸ ਪਈ ਹੁੰਦੀ ਹੈ। ਇਸੇ ਤਰ੍ਹਾਂ ਹੀ ਸਮਾਜ ਦੇ ਵਿੱਚ, ਪਰ ਉਹ ਔਰਤਾਂ ਇਹ ਸਾਰੇ ਕੁਛ ਨੂੰ ਕਿਵੇਂ ਨਜਿੱਠਦੀਆਂ ਨੇ, ਬਹੁਤ ਹੀ ਕਮਾਲ ਪਾਤਰ ਨੇ। ਮੈਨੂੰ ਇੱਕ ਵੀ ਇਸ ਦੇ ਵਿੱਚ ਕੋਈ ਐਸੀ ਨਾਰੀ ਪਾਤਰ ਨਹੀਂ ਲੱਭੀ ਜਿਹੜੀ ਇਸ ਨੂੰ ਬੜੇ ਪਾਵਰਫੁਲ ਢੰਗ ਨਾਲ ਆਪੋ ਆਪਣੇ ਤਰੀਕੇ ਨਾਲ ਨਾ ਨਜਿੱਠਦੀ ਹੋਵੇ। ਹੁਣ ਪਾਤਰਾਂ ਬਾਰੇ ਮੈਂ ਤੁਹਾਨੂੰ ਦੱਸਣਾ ਸ਼ੁਰੂ ਕਰਦੀ ਹਾਂ। ਪੈਟਲ ਤੋਂ ਆਪਾਂ ਜਾਣ ਲਈਏ ਕਿ ਉਹਦਾ ਫੇਵਰੇਟ ਪਾਤਰ ਕਿਹੜਾ ਇਹਦੇ ਚੋਂ, ਔਰਤਾਂ ਦੇ ਵਿੱਚੋਂ?
ਵੈਸੇ ਤਾਂ ਇਸ ਵਿੱਚ ਸਾਰੀਆਂ ਹੀ ਔਰਤਾਂ ਮਤਲਬ ਕੋਈ ਵੀ ਔਰਤ ਆਪਾਂ ਇਹ ਨਹੀਂ ਕਹਿ ਸਕਦੇ ਭਾਵੇਂ ਉਹ ਸਕਰੀਨ ਟਾਈਮ ਜਿਵੇਂ ਆਪਾਂ ਕਹਿੰਦੇ ਆ ਬਹੁਤ ਘੱਟ ਲਈ ਹੋਵੇ ਚਾਹੇ ਕਿ ਉਹਦਾ ਸਕਰੀਨ ਟਾਈਮ ਬਹੁਤ ਜ਼ਿਆਦਾ ਹੋਵੇ ਹਾਂ ਹਰ ਇੱਕ ਚਾਹੇ ਉਹ ਥੋੜੇ ਟਾਈਮ ਲਈ ਆਈ ਹੋਵੇ ਜਿਵੇਂ ਨਾ ਇੱਕ ਕੰਮ ਵਾਲੀ ਦਾ ਉਸ ਵਿੱਚ ਪਾਤਰ ਹੈ ਹਾਂ ਤੇ ਉਸ ਦਾ ਕੁਝ ਜ਼ਿਆਦਾ ਸਕਰੀਨ ਟਾਈਮ ਨਹੀਂ ਹੈ ਉਹ ਮਤਲਬ ਉਸਦੇ ਡਾਇਲੌਗਸ ਵੀ ਬੜੇ ਜ਼ਿਆਦਾ ਘੱਟ ਹੋਣਗੇ ਪਰ ਉਹ ਇੱਕ ਜਾਂ ਦੋ ਆਪਣੀਆਂ ਅਪੀਅਰੈਂਸਸ ਆਪਣੇ ਡਾਇਲੌਗਸ ਦੇ ਵਿੱਚੋਂ ਹੀ ਦਿਖਾ ਜਾਂਦੀ ਹੈ ਕਿ ਉਹ ਵੀ ਇੱਕ ਆਪਣਾ ਮਤਲਬ ਕਹਿੰਦੇ ਆ ਨਾ ਆਪਾਂ ਕਿ ਆਪਣਾ ਪੱਖ ਦਿਖਾ ਜਾਂਦੀ ਹੈ ਉਹ ਆਪਣਾ ਅੰਦਰੋਂ ਕੀ ਸੋਚਦੀ ਹੈ ਆਪਣਾ ਸਾਰਾ ਕੁਝ ਇੱਕ ਔਰਤ ਦੇ ਨਜ਼ਰੀਏ ਨਾਲ ਇੱਕ ਪਾਵਰਫੁਲ ਕਰੈਕਟਰ ਦੀ ਤਰ੍ਹਾਂ ਉੱਭਰ ਆਉਂਦੀ ਹੈ ਘੱਟ ਡਾਇਲੌਗ ਦੇ ਨਾਲ ਹੀ ਮੈਨੂੰ ਬਹੁਤ ਮਤਲਬ ਸਾਰੀਆਂ ਹੀ ਇਸ ਵਿੱਚ ਔਰਤ ਵਾਲੀਆਂ ਕਰੈਕਟਰਸ ਸਾਰੇ ਬਹੁਤ ਵਧੀਆ ਲੱਗੇ ਪਰਸਨਲ ਫੇਵਰਟ ਮੈਂ ਇੱਕ ਕੋਈ ਨਹੀਂ ਦੱਸ ਸਕੂੰਗੀ ਕਿਉਂਕਿ ਇਸ ਪੂਰੀ ਸੀਰੀਜ਼ ਦੇ ਵਿੱਚ ਵੀ ਮੈਂ ਇਹ ਗੱਲ ਕਹਿਣਾ ਚਾਹੂੰਗੀ ਕਿ ਕੋਈ ਵੀ ਪਾਤਰ ਨਾ ਦੇਖੋ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਰੀਅਲ ਲਾਈਫ 'ਚ ਵੀ ਕੋਈ ਬਿਲਕੁਲ ਚੰਗਾ ਇਨਸਾਨ ਜਾਂ ਮਾੜਾ ਇਨਸਾਨ ਨਹੀਂ ਹੁੰਦਾ ਇਹ ਸੀਰੀਜ਼ 'ਚ ਵੀ ਆਪਾਂ ਨੂੰ ਪਤਾ ਲੱਗ ਜਾਂਦਾ ਕਿ ਹਰ ਇਨਸਾਨ ਗ੍ਰੇ ਕਰੈਕਟਰ ਹੁੰਦਾ ਕਿ ਉਸ 'ਚ ਕੁਝ ਮਾੜਾ ਵੀ ਹੁੰਦਾ ਕੁਝ ਚੰਗਾ ਵੀ ਹੁੰਦਾ ਹੁਣ ਮੇਨ ਵੱਡਾ ਵਿਲਨ ਬੰਦੇ ਨੂੰ ਮੁੰਨਾ ਵੀ ਲੱਗ ਸਕਦਾ ਪਰ ਮੁੰਨੇ ਦੇ ਵੀ ਗ੍ਰੇ ਪੈਟਰਨ ਨੇ ਉਹ ਆਪਣੇ ਦੋਸਤ ਪ੍ਰਤੀ ਹਰ ਪ੍ਰਤੀ ਉਸ ਦਾ ਕਿਵੇਂ ਸੈਂਸਿਟਿਵ ਪਾਰਟ ਦਿਖਾਇਆ ਜਾਂਦਾ ਨਹੀਂ ਦਿਖਾਇਆ ਜਾਂਦਾ ਤਾਂ ਐਸ ਸੱਚ ਸਾਰੀਆਂ ਹੀ ਔਰਤਾਂ ਬਹੁਤ ਵਧੀਆ ਨੇ ਮੈਨੂੰ ਕੋਈ ਇੱਕ ਨਹੀਂ ਮੈਂ ਕਹਿ ਸਕਦੀ ਕਿ ਬਹੁਤ ਅੱਛੀ ਲੱਗੀ ਜਾਂ ਬਹੁਤ ਹੀ ਉਹ ਲੱਗੀ ਮਾੜੀ ਲੱਗੀ ਪਾਤਰਾਂ ਦੀ ਗੱਲ ਕਰਦੇ ਆ ਤਾਂ ਮੰਮੀ ਹੁਣ ਪਾਤਰਾਂ ਬਾਰੇ ਦੱਸਣਗੇ ਕਿ ਫੇਵਰੇਟ ਕੈਰੈਕਟਰ ਕਿਹੜਾ ਹੈ ਤਾਂ ਐਕਟਿੰਗ ਕਿਹੋ ਜਿਹੀ ਲੱਗੀ ਤੁਹਾਨੂੰ ਉਹਨਾਂ ਦੀ ਅਸਲ ਦੇ ਵਿੱਚ ਮੈਨੂੰ ਤਾਂ ਉਸ ਦੇ ਵਿੱਚ ਜਿਹੜੀਆਂ ਸਾਰੀਆਂ ਹੀ ਜਿਹੜਾ ਫੇਵਰਟ ਕਰੈਕਟਰ ਵੈਸੇ ਤਾਂ ਇੱਕ ਇੱਕ ਕਿਰਦਾਰ ਉਹਦੇ ਵਿੱਚ ਆਪਣੇ ਆਪ 'ਚ ਮਹੱਤਵਪੂਰਨ ਹੈ ਮੇਰਾ ਜਿਹੜਾ ਨਿਸ਼ਾਨਾ ਹੈ ਕਿ ਉਹਨਾਂ ਨੇ ਉਹਨਾਂ ਔਰਤਾਂ ਨੂੰ ਡੀਲ ਕਿਸ ਤਰ੍ਹਾਂ ਕੀਤਾ ਹੈ ਉਸ ਦੀ ਜਿਹੜੀ ਇੱਕ ਕਿਰਦਾਰ ਆਪਾਂ ਕਹਿ ਲਈਏ ਕਿ ਜਿਹੜੀ ਬੀਨਾ ਕਿ ਉਹ ਬੀਨਾ ਭਾਬੀ ਕਹਿ ਲਈਏ ਤਾਂ ਜਾਂ ਨੂੰਹ ਹੈ ਜਿਹੜੀ ਅਖੰਡਾ ਦੀ ਪਤਨੀ ਹੈ ਜਿਹੜੀ ਅਖੰਡਾ ਦੀ ਪਤਨੀ ਹੈ ਉਸ ਦਾ ਪਹਿਲੀ ਗੱਲ ਤਾਂ ਆਪਣੇ ਪਤੀ ਦੇ ਨਾਲ ਜਿੰਨਾ ਗੈਪ ਹੈ ਉਮਰ ਦਾ ਉਹ ਹਾਲਾਂਕਿ ਉਹ ਬਾਪ ਹੈ ਪਹਿਲਾਂ ਹੁਣ ਇਹਦੇ 'ਚ ਕੁਝ ਨਹੀਂ ਦੱਸਿਆ ਗਿਆ ਕਿ ਉਹਦਾ ਜਿਹੜਾ ਉਹ ਸਪੋਇਲਰ ਅਲਰਟ ਮਿਰਜ਼ਾਪੁਰ ਨਹੀਂ ਦੇਖੀ ਤਾਂ ਧਿਆਨ ਰੱਖਿਓ ਵਿੱਚ ਕਿਤੇ ਕਿਤੇ ਸਪੋਇਲਰਸ ਆ ਸਕਦੇ ਨੇ ਤੇ ਜਿਹੜੀ ਉਹਦੀ ਪਤਨੀ ਹੈ ਉਸ ਦੇ ਬੱਚਾ ਨਹੀਂ ਹੋ ਰਿਹਾ ਅਸਲ ਦੇ ਵਿੱਚ ਤਾਂ ਉਹ ਜਿਹੜਾ ਬੰਦਾ ਹੀ ਨਿਪੁੰਸਕ ਹੈ ਆਪਾਂ ਇਹ ਕਹਿ ਲਈਏ ਕਿ ਨਾ ਤਾਂ ਉਹ ਕਾਮਕ ਪੱਖੋਂ ਹੀ ਉਸ ਨੂੰ ਸੰਤੁਸ਼ਟ ਕਰ ਸਕਦਾ ਹੈਗਾ ਤੇ ਉਹ ਔਰਤ ਦੀ ਹੁਣ ਦੋਹਰੀ ਫਰਸਟ੍ਰੇਸ਼ਨ ਹੈ ਇੱਕ ਪਾਸੇ ਤਾਂ ਉਹਦੇ ਸੈਕਸ ਦੀ ਸਮੱਸਿਆ ਹੈਗੀ ਆ ਕਿ ਉਹਦੀ ਕਾਮਕ ਸੰਤੁਸ਼ਟੀ ਕਿਸ ਤਰ੍ਹਾਂ ਹੋਵੇ ਦੂਸਰੀ ਗੱਲ ਕਿਉਂਕਿ ਘਰ ਦੀ ਪਾਵਰ ਜਾਂ ਸੱਤਾ ਜਿਹੜੀ ਉਹਨਾਂ ਕੋਲੇ ਹੈ ਉਹ ਗੱਦੀ ਦੀ ਸਮੱਸਿਆ ਹੈ ਉਹ ਚਾਹੇ ਕ੍ਰਾਈਮ ਦੀ ਹੋਈ ਸਮੱਸਿਆ ਹੋਵੇ ਚਾਹੇ ਬਿਜ਼ਨਸ ਦੀ ਸਮੱਸਿਆ ਹੋਵੇ ਉਹ ਚਾਹੁੰਦੀ ਹੈ ਹਰ ਔਰਤ ਚਾਹੁੰਦੀ ਹੈ ਕਿ ਜਿਹੜਾ ਉਸ ਦਾ ਆਪਣਾ ਬੱਚਾ ਹੋਵੇ ਉਸ ਬੱਚੇ ਦੇ ਰਾਹੀਂ ਸਾਰਾ ਕੁਝ ਪਾਵਰ ਗੇਨ ਕਰਨਾ ਚਾਹੁੰਦੀ ਹੈ ਹੁਣ ਜੇ ਉਹਦੇ ਬੱਚਾ ਨਹੀਂ ਹੁੰਦਾ ਤਾਂ ਉਸ ਦੇ ਪਹਿਲੇ ਮਤਲਬ ਵਿਆਹ ਤੋਂ ਪੈਦਾ ਹੋਇਆ ਜਿਹੜਾ ਬੱਚਾ ਹੈ ਉਹ ਸਾਰੀ ਪਾਵਰ ਉਸ ਦੇ ਕੋਲੇ ਜਾਏਗੀ ਹੁਣ ਉਹ ਔਰਤ ਇਸ ਨੂੰ ਕਿਸ ਤਰ੍ਹਾਂ ਡੀਲ ਕਰੇ ਉਹ ਆਪਣੇ ਨੌਕਰ ਦੇ ਨਾਲ ਸੰਬੰਧ ਸਿਰਜਦੀ ਹੈ ਹੁਣ ਆਪਾਂ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਸਮਾਜ ਦੇ ਵਿੱਚ ਮਰਦਾਂ ਦੇ ਵੀ ਬਾਹਰ ਸੰਬੰਧ ਹੁੰਦੇ ਆ ਪਰ ਜੇ ਔਰਤਾਂ ਦੇ ਬਾਹਰ ਸੰਬੰਧ ਹੋਣ ਇਹ ਗੱਲ ਕਿਸੇ ਨੂੰ ਬਰਦਾਸ਼ਤ ਨਹੀਂ ਹੁੰਦੀ ਖਾਸ ਕਰਕੇ ਨੌਕਰ ਨਾਲ ਹੁਣ ਇਹੋ ਜਿਹੀ ਹਾਲਤ ਦੇ ਵਿੱਚ ਇੱਕ ਪਾਸੇ ਤਾਂ ਸਾਡਾ ਸਮਾਜਿਕ ਟੈਬੂ ਆ ਕਿ ਸਹੁਰੇ ਦੇ ਨਾਲ ਕੰਮ ਸੰਬੰਧ ਨਹੀਂ ਹੋ ਸਕਦੇ ਪਰ ਜਿਹੜਾ ਉਹਨਾਂ ਦੇ ਘਰ ਦਾ ਮੇਨ ਕਰਤਾ ਧਰਤਾ ਜਿਹੜਾ ਕਿ ਹੈਂਡੀਕੈਪਟ ਦੇ ਹੋਣ ਦੇ ਬਾਵਜੂਦ ਵੀ ਉਸ ਔਰਤ ਦੇ ਨਾਲ ਇੱਕ ਕਿਸਮ ਦਾ ਬਲਾਤਕਾਰ ਹੀ ਕਰਦਾ ਤੇ ਨਾਲ ਇੱਕ ਚੈਲੰਜ ਦਿੰਦਾ ਕਿ ਤੇਰੀ ਕੁੱਖ ਦੇ ਵਿੱਚ ਸਿਰਫ ਤਰਪਾਠੀਆਂ ਦਾ ਖੂਨ ਹੀ ਜਾਵੇਗਾ ਤੇ ਇਸ ਦੇ ਨਾਲ ਉਹ ਔਰਤ ਦੀ ਇੱਕ ਮਜਬੂਰੀ ਆ ਉਹਦਾ ਸ਼ੋਸ਼ਣ ਹੁੰਦਾ ਏ ਪਰ ਇੱਕ ਬਹੁਤ ਹੀ ਕਮਾਲ ਦੀ ਗੱਲ ਆ ਉਹ ਔਰਤ ਨੂੰ ਪਤਾ ਹੈ ਉਹ ਇਹਨੂੰ ਨਜਿੱਠਦੀ ਇੰਨੇ ਕਮਾਲ ਦੇ ਤਰੀਕੇ ਨਾਲ ਹੈ ਕਿ ਉਸ ਨੂੰ ਕਹਿੰਦੀ ਹੈ ਕਿ ਹਾਂ ਮੈਂ ਪ੍ਰੈਗਨੈਂਟ ਹੈ ਅਸਲ ਦੇ ਵਿੱਚ ਉਹ ਬੱਚਾ ਤਾਂ ਨੌਕਰ ਦਾ ਨਾ ਉਹ ਸੀਰੀਜ਼ ਦੇ ਵਿੱਚ ਕਿਤੇ ਕਲੀਅਰ ਨਹੀਂ ਹੁੰਦਾ ਕਿ ਉਹ ਬੱਚਾ ਕਿਸ ਦਾ ਇਹ ਗੱਲ ਇਹ ਮਤਲਬ ਹਰ ਇੱਕ ਦਾ ਆਪਣਾ ਦ੍ਰਿਸ਼ਟੀਕੋਣ ਹੋ ਸਕਦਾ ਇਸ ਪ੍ਰਤੀ ਉਹਨਾਂ ਨੇ ਬਿਲਕੁਲ ਵੀ ਕਲੀਅਰ ਨਹੀਂ ਕੀਤਾ ਕਿ ਉਹ ਬੱਚਾ ਕਿਸ ਦਾ ਹੈ ਇਹ ਮਤਲਬ ਇੱਕ ਤਰ੍ਹਾਂ ਨਾਲ ਓਪਨ ਐਂਡਡ ਛੱਡਿਆ ਹੋਇਆ ਹਰ ਬੰਦਾ ਸੋਚ ਸਕਦਾ ਕਿ ਉਹ ਕਿਸ ਦਾ ਹੈ ਹਰ ਇੱਕ ਲਈ ਇੱਕ ਕੁਐਸਚਨ ਹੈ ਅਸਲ ਦੇ ਵਿੱਚ ਇਹਨੂੰ ਡੀਲ ਇਸ ਤਰ੍ਹਾਂ ਕੀਤਾ ਕਿ ਔਰਤ ਦੇ ਹੱਥ ਹੈ ਕਿ ਉਸਨੇ ਕਿਸ ਦਾ ਬੱਚਾ ਪੈਦਾ ਕਰਨਾ ਇਹਦਾ ਪਤਾ ਵੀ ਔਰਤ ਨੂੰ ਹੀ ਹੋਏਗਾ ਉਹ ਕਿਹਦਾ ਪੇਸ਼ ਕਰਦੇ ਇਹ ਪਾਵਰ ਉਸ ਦੇ ਹੱਥ ਹੈ ਉਹ ਕਿਤੇ ਕਲੀਅਰ ਨਹੀਂ ਕਰਦੀ
ਉਹ ਆਪਦੇ ਬਚਾ ਲਈ ਸਾਰੇ ਕੁਛ ਨੂੰ ਛੁਪਾ ਕੇ ਰੱਖਦੀ ਹੈ ਤੇ ਆਪਦੀ ਮਰਜ਼ੀ ਦੇ ਮਰਦ ਦਾ ਬੱਚਾ ਵੀ ਪੈਦਾ ਕਰਦੀ ਹੈ। ਅਸਲ ਦੇ ਵਿੱਚ ਇਹ ਔਰਤ ਦੀ ਇੱਕ ਆਪਾਂ ਕਹਿ ਲਈਏ ਸ਼ਕਤੀ ਹੈ, ਉਸ ਦੀ ਪਾਵਰ ਹੈ, ਉਹਦੀ ਮਾਂ ਬਣਨ ਦੀ ਪਾਵਰ ਨੂੰ ਉਹਨੇ ਕਿਵੇਂ ਐਕਸਪਲੋਇਟ ਕੀਤਾ ਹਾਂ, ਜਿਹਨੂੰ ਪਾਵਰ ਲੈਣ ਵਾਸਤੇ ਉਹ ਐਕਸਪਲੋਇਟ ਵੀ ਕਰਦੇ ਨੇ, ਪਰ ਉਸ ਨੇ ਇਹ ਸਾਰੇ ਕੁਝ ਤੋਂ ਕਿਵੇਂ ਬਚਣਾ ਹੈ, ਇੰਨੇ ਕਮਾਲ ਦੇ ਢੰਗ ਦੇ ਨਾਲ ਇਸ ਨੂੰ ਨਜਿੱਠਿਆ ਗਿਆ। ਤੇ ਇਸ ਦੇ ਨਾਲ ਹੀ ਘੱਟੋ ਘੱਟ ਉਹ ਬੰਦਾ ਜਿਹੜਾ ਹੈਗਾ ਨੌਕਰਾਣੀ ਦਾ ਵੀ ਸ਼ੋਸ਼ਣ ਕਰਦਾ ਹੈ। ਉਹ ਨੌਕਰਾਣੀ ਕਿਸ ਤਰ੍ਹਾਂ ਉਸ ਔਰਤ ਦੇ ਨਾਲ ਆਪਾਂ ਕਹਿ ਲਈਏ ਕਿ ਨੇੜਤਾ ਸਰੀਦੀ ਹੈ। ਸੋ ਔਰਤਾਂ ਦੀ ਜਿਹੜੀ ਆਪਸੀ ਸ਼ੋਸ਼ਣ ਜਿਹੜੇ ਇੱਕ ਕਰਤਾ ਹੁੰਦੇ ਨੇ, ਇੱਕ ਜਿਨ੍ਹਾਂ ਦਾ ਸ਼ੋਸ਼ਣ ਹੁੰਦਾ ਹੈ, ਜਿਨ੍ਹਾਂ ਦਾ ਸ਼ੋਸ਼ਣ ਹੁੰਦਾ ਉਹ ਕਿਵੇਂ ਆਪਸ ਦੇ ਵਿੱਚ ਉਹਨਾਂ ਦੀ ਇਕਜੁੱਟਤਾ ਬਣਦੀ ਹੈ, ਇਸ ਨੂੰ ਬਹੁਤ ਹੀ ਕਮਾਲ ਤਰੀਕੇ ਦੇ ਨਾਲ ਉਹਨਾਂ ਨੇ ਨਜਿੱਠਿਆ। ਤੇ ਇਹਦੀ ਜਿਹੜੀ ਇਹ ਨਹੀਂ ਕਿ ਮੇਰੀ ਕੋਈ ਇੱਕ ਹੀ ਇਹ ਫੇਵਰਟ ਪਾਤਰ ਹੈ, ਹਰ ਔਰਤ ਦਾ ਇੱਕ ਜਿਹੜਾ ਉਹਦੇ ਵਿੱਚ ਡਾਇਲਾਗ ਹੈ ਉਹ ਇੰਨੀ ਛਾਪ ਛੱਡ ਦਿੰਦਾ ਹੈ। ਉਹਦੇ ਵਿੱਚ ਉਹ ਜਿਹੜਾ ਉਹ ਕਿੱਥੇ ਆ, ਉਹ ਜਿਹੜਾ ਬੰਦਾ ਹਾਫ ਹੈ ਜਿਹੜਾ ਬਿਹਾਰ ਚ ਹੁੰਦਾ ਸਿਰਾਨਾ ਹੈ, ਹਾਂ ਉਹਨਾਂ ਦਾ ਉਹ ਸਿਰਾਨਾ ਦੇ ਵਿੱਚ ਹੁੰਦਾ ਹੈ ਬਿਹਾਰ ਵਾਲਾ, ਹਾਂ ਬਿਹਾਰ ਉਹਨਾਂ ਦਾ ਵੀ ਕੰਮ ਇਹੀ ਹੈ। ਅਸਲ ਦੇ ਵਿੱਚ ਇਹ ਜਦੋਂ ਤੁਸੀਂ ਸੀਰੀ ਦੇਖੋਗੇ ਨਾ, ਇਸ ਦੇ ਵਿੱਚ ਲਿਲੀਪੁੱਟ ਹਾਂ ਕਰੈਕਟਰ origignal ਨਾਮ ਉਹਨਾਂ ਦਾ ਲਿਲੀਪੁੱਟ ਹੈ, ਪਰ ਉਹਦਾ ਕਰੈਕਟਰ ਦਾ ਨਾਮ ਦੱਦਾ। ਹਾਂ, ਇਹ ਨਾ ਅਲੱਗ-ਅਲੱਗ ਲੋਕੇਲ ਤੇ ਵਾਪਰਦੀਆਂ ਘਟਨਾਵਾਂ ਨੇ ਯੂਪੀ ਦੇ ਵਿੱਚ। ਉਸ ਯੂਪੀ ਦੇ ਵਿੱਚ ਹੀ ਹੈ ਨਾ, ਯੂਪੀ ਦੇ ਵਿੱਚ ਮਿਰਜ਼ਾਪੁਰ ਦੇ ਵਿੱਚ ਆਲੇ ਦੁਆਲੇ ਦੇ ਵਿੱਚ ਜਿਹੜੀਆਂ ਘਟਨਾਵਾਂ ਵਾਪਰਦੀਆਂ, ਇਸ ਸੀਰੀ ਦੇ ਵਿੱਚ ਕ੍ਰਾਈਮ ਨੂੰ ਵੀ ਡੀਲ ਕੀਤਾ ਗਿਆ। ਜੇ ਕਹੀਏ ਇਸ ਦੇ ਵਿੱਚ ਸੈਕਸ ਨੂੰ ਇੱਕ ਡੀਲ ਕਰਨ ਦੀ ਬਜਾਏ ਨਾ, ਮੈਂ ਕਹਿੰਦੀ ਹਾਂ ਕਿ ਅਗਰ ਘੂਮਤ ਕੀਤਾ ਗਿਆ ਹੈ ਕਿ ਸਾਰਾ ਕੁਝ ਕਿਵੇਂ ਉਹਦੇ ਵਿੱਚ ਦਖਲ ਕਰਦਾ ਹੈ। ਤੁਸੀਂ ਮੈਂ ਦੱਸੂਗੀ ਕਿ ਮੈਨੂੰ ਇੰਨਾ ਬੁਰਾ ਲੱਗਿਆ ਕਿ ਆਈ ਥਿੰਕ ਸਭ ਦੇ ਵਿਚਾਰ ਅੱਡ ਹੈ। ਮੈਨੂੰ ਇਹ ਲੱਗਦਾ ਹੈ ਕਿ ਉਹਨੂੰ ਐਜ਼ ਅ ਪਲॉट ਟਵਿਸਟ ਵਿੱਚ ਉਹ ਯੂਜ਼ ਕਰਦੇ ਨੇ, ਤੇ ਸਿਰਫ ਪਲॉट ਟਵਿਸਟ ਨਹੀਂ, ਕਿਤੇ ਮੈਨੂੰ ਲੱਗਦਾ ਹੈ ਕਿ ਹੁਣ ਇੰਡੀਅਨ ਆਡੀਅנס, ਕਿਉਂਕਿ ਬੱਚਿਆਂ ਦੇ ਦੇਖਣ ਵਾਲੀ ਚੀਜ਼ ਨਹੀਂ ਹੈ, ਤਾਂ ਇੰਡੀਅਨ ਆਡੀਅנס ਇੰਨੀ ਕੁ ਮੈਚਿਓਰ ਹੋ ਚੁੱਕੀ ਹੈ ਕਿ ਨਿਊਡਿਟੀ ਥੋੜੀ ਜਿਹੀ ਨਾਰਮਲਾਈਜ਼ ਹੋ ਚੁੱਕੀ ਹੈ। ਤੇ ਮੈਨੂੰ ਨਿਊਡਿਟੀ ਨਾਰਮਲਾਈਜ਼ ਹੋਣ ਨਾਲ ਸਿਰਫ ਇੱਕ ਪ੍ਰੋਬਲਮ ਹੈ ਕਿ ਕਿਉਂਕਿ ਸਿਰਫ ਸੋਹਣੇ ਸਰੀਰ ਹੀ ਦਿਖਾਏ ਜਾਂਦੇ ਆ, ਤਾਂ ਦਿਮਾਗ ਦੇ ਵਿੱਚ ਇੱਕ ਇਮੇਜ ਬਣਦੀ ਹੈ ਕਿ ਇਹੋ ਜਿਹੇ ਸਰੀਰ ਹੋਣੇ ਚਾਹੀਦੇ ਆ, ਜਿਸ ਨਾਲ ਕਿ ਬਾਡੀ ਡਿਸਮੋਰਫੀਆ ਪੈਦਾ ਹੁੰਦਾ। ਜੇ ਨਿਊਡਿਟੀ ਆਪਣੀ ਨਾਰਮਲਾਈਜ਼ ਹੋਈ ਹੈ ਤਾਂ ਹਰ ਤਰ੍ਹਾਂ ਦੀ ਨਿਊਡਿਟੀ ਨਾਰਮਲਾਈਜ਼ ਹੋਣੀ ਚਾਹੀਦੀ ਹੈ ਮੇਰੇ ਹਿਸਾਬ ਨਾਲ। ਮਨਿੰਦਰ, ਤੁਹਾਨੂੰ ਕੀ ਲੱਗਦਾ ਇਸ ਚੀਜ਼ ਬਾਰੇ? ਮੈਨੂੰ ਜੋ ਇਸ ਸੀਰੀਜ਼ ਦੀ ਸਭ ਤੋਂ ਵਧੀਆ, ਪਰਸਨਲੀ ਸਭ ਤੋਂ ਅੱਛੀ ਜੋ ਗੱਲ ਲੱਗੀ, ਜਾਂ ਜੋ not even ਇਸ ਸੀਰੀਜ਼ ਦੀ ਜੋ ਹੁਣ ਕੁਝ ਸੀਰੀਜ਼ ਆ ਰਹੀਆਂ ਨੇ, that is transparency of media, ਜੋ ਟਰਾਂਸਪੇਰੈਂਸੀ ਜੋ ਇਹ ਸ਼ੋ ਕਰ ਰਹੇ ਨੇ, ਠੀਕ ਹੈ। ਮੈਨੂੰ ਪਰਸਨਲ ਲੈਵਲ ਤੇ ਕੋਈ ਇੰਨੀ ਟੈਨਸ਼ਨ ਨਹੀਂ ਹੁੰਦੀ ਅਬਾਊਟ ਨਿਊਡਿਟੀ ਜਾਂ ਕਿਸ ਤਰ੍ਹਾਂ ਦਾ ਕੰਟੈਂਟ, ਅਬਾਊਟ ਵਾਇਲੈਂਸ ਔਰ ਦਿਸ ਐਂਡ ਦੈਟ। ਹਾਂ, ਨਾਰਮਲਾਈਜ਼ਿੰਗ ਆ ਵਾਇਲੈਂਸ ਔਰ ਨਿਊਡਿਟੀ ਇਜ਼ ਅ ਬਿਗ ਪ੍ਰੋਬਲਮ, ਬਟ ਜੋ ਚੀਜ਼ਾਂ ਦਿਖਾ ਰਹੇ ਨੇ, ਆਈ ਥਿੰਕ ਗਰਾਊਂਡ ਲੈਵਲ ਤੇ ਇਹ ਸਭ ਚੀਜ਼ਾਂ ਜੋ ਇਹਨਾਂ ਨੇ ਦਿਖਾਈਆਂ ਉਹ ਹੋ ਰਹੀਆਂ ਨੇ। ਚੱਕਰ ਕੀ ਸੀ, ਦਿੱਕਤ ਕੀ ਸੀ ਕਿ ਪਹਿਲਾਂ ਮੀਡੀਆ ਨੂੰ ਇਹ ਸਭ ਦਿਖਾਉਣ ਤੋਂ ਰੋਕਿਆ ਜਾਂਦਾ ਸੀ, ਵੈਦਰ ਬਾਏ ਲੀਗਲੀ ਜਾਂ ਲੀਗਲ ਸਿਸਟਮ। ਜੋ ਆਪਾਂ ਇੱਕ ਪਹਿਲਾਂ ਸਟੋਰੀ ਇੱਕ ਸੁਣੀ ਆ ਜਾਂ ਮੂਵੀ ਆਈ ਸੀ ਇੱਕ, ਉਸ ਦੇ ਵਿੱਚ ਵੀ ਥੋੜਾ ਦਰਸਾਇਆ ਸੀ ਮੰਟੋ ਦੀ, ਕਿ ਉਹ ਜੋ ਵੀ ਸੱਚਾਈ ਸੀ ਲਿਖਦਾ ਸੀ ਪਰ ਉਹਨੂੰ ਰੋਕਿਆ ਜਾਂਦਾ ਸੀ। ਸੇਮ ਇੱਥੇ ਵੀ ਕਰਿਆ, ਜਾਂ ਸੈਂਸਰ ਬੋਰਡ ਰਾਹੀਂ ਜਾਂ ਲੀਗਲੀ ਉਹ ਰੋਕਿਆ ਸੀ, ਪਰ ਉਹ ਚੀਜ਼ਾਂ ਹੁਣ ਟਾਈਮ ਨਾਲ ਘਟਦੀਆਂ ਜਾ ਰਹੀਆਂ। ਉਸ ਜੋ ਵੀ ਗਰਾਊਂਡ ਰਿਐਲਿਟੀਜ਼ ਹੋ ਰਹੀਆਂ ਨੇ ਉੱਥੇ, ਉਹ ਇਹ ਡਿਪਿਕਟ ਕਰਦੇ ਜਾ ਰਹੇ ਨੇ, ਦਿਖਾਉਂਦੇ ਜਾ ਰਹੇ ਨੇ ਕਿ ਠੀਕ ਹੈ, ਮੈਨੂੰ ਉਹ ਚੀਜ਼ ਅੱਛੀ ਲੱਗਦੀ ਹੈ। ਜੋ ਚੀਜ਼ ਇਸ 'ਚ ਧਿਆਨ ਦੇਣ ਯੋਗ ਹੈ ਉਹ ਇਹ ਹੈ ਕਿ ਤੁਹਾਡਾ ਨਜ਼ਰੀਆ ਕੀ ਹੈ। ਜੇ ਤੁਸੀਂ ਇਸ ਨੂੰ ਨਿਊਡਿਟੀ ਦੇ ਨਜ਼ਰੀਏ ਨਾਲ ਦੇਖ ਰਹੇ ਹੋ ਤਾਂ ਇਸ 'ਚ ਗਲਤੀ ਦਿਖਾਏਗੀ ਚੀਜ਼ ਦੀ ਨਹੀਂ, ਤੁਹਾਡੇ ਨਜ਼ਰੀਏ ਦੀ। ਯੂ ਨੀਡ ਟੂ ਚੈੱਕ ਔਨ ਯੋਰ ਕਿ ਤੁਸੀਂ ਕਿਸ ਐਂਗਲ ਨਾਲ ਦੇਖ ਰਹੇ ਹੋ, ਠੀਕ ਹੈ। ਬਾਕੀ ਹੁਣ ਅੱਗੇ ਮੰਮੀ ਜੋ ਨਹੀਂ, ਅਸਲ ਦੇ ਵਿੱਚ ਮਸਲਾ ਇਹ ਹੈ, ਚਾਹੇ ਉਹਦੇ 'ਚ ਵਾਇਲੈਂਸ ਹੈ, ਹਥਿਆਰ ਨੇ, ਔਰਤ ਹੈ, ਉਹਨਾਂ ਦੀ ਜਿਹੜੀ ਪੇਸ਼ਕਾਰੀ ਹੈ ਉਸ ਨੂੰ ਇੰਨਾ ਨਾਰਮਲਾਈਜ਼ ਕਰ ਦਿੰਦੇ ਨੇ। ਇਹ ਚੀਜ਼ ਆਪਣੇ ਆਪ ਦੇ ਵਿੱਚ ਸੋਸਾਇਟੀ ਦੇ ਵਿੱਚ ਜਦੋਂ ਨਾਰਮਲਾਈਜ਼ੇਸ਼ਨ ਨਾਲੋਂ ਵਰਡ ਗਲੈਮਰਾਈਜ਼ ਅਸਲ ਦੇ ਵਿੱਚ ਜਿਹੜੇ ਜਦੋਂ ਅਸੀਂ ਇਉਂ ਉਹਦੇ ਰਾਹੀਂ ਗਲੈਮਰਾਈਜ਼ ਕਰਦੇ ਆ ਨਾ, ਤਾਂ ਸੋਸਾਇਟੀ ਦੇ ਵਿੱਚ ਵਿਚਰਦੇ, ਹੁਣ ਜਿੰਨਾ ਕੁਝ ਪਿਆ ਉਹ ਸਾਰੇ ਬੱਚੇ ਵੀ ਤਾਂ ਦੇਖਦੇ ਹੀ ਨੇ, ਉਹਨਾਂ ਘਰਾਂ ਦੇ ਵਿੱਚ ਚੈੱਕ ਨਹੀਂ ਰਹਿੰਦਾ। ਇੱਕ ਟ੍ਰੇਨਿੰਗ ਵੀ ਆਉਂਦੀ ਹੈ, ਇੱਕ ਯੰਗ ਪੀੜ੍ਹੀ ਨੂੰ ਉਸ ਦੀ ਟ੍ਰੇਨਿੰਗ ਆਉਂਦੀ ਆ, ਉਹਨਾਂ ਨੂੰ ਇਸ ਤਰ੍ਹਾਂ ਔਰਤਾਂ ਦਾ ਸ਼ੋਸ਼ਣ ਕਰਨਾ ਇੱਕ ਆਮ ਜਿਹੀ ਗੱਲ ਲੱਗਦੀ
ਜਾਂਦੀ ਹੈ ਜਦੋਂ ਗਲੈਮਰਾਈਜ਼ ਕਰਨਾ ਕਿ ਵਾਹ ਜੀ ਇਹ ਤਾਂ ਬਹੁਤ ਕਮਾਲ ਦੀ ਚੀਜ਼ ਹੈਗੀ ਆ। ਇਸੇ ਤਰ੍ਹਾਂ ਹੀ ਉਹਨਾਂ ਪਰ ਨੂੰ ਇਹਦੇ ਜਿਹੜੇ ਵਿੱਚ- ਹਥਿਆਰ ਵੀ ਆਰਾਮ ਨਾਲ ਹੀ ਵੀ ਉਹਦੇ ਵਿੱਚ ਟਰ ਟਰ ਕਰਕੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦੋ। ਜਦੋਂ ਇੰਨਾ ਗਲੈਮਰਾਈਜ਼ ਕਰਦੇ ਆ ਅਸੀਂ ਉਹਨਾਂ ਚੀਜ਼ਾਂ ਨੂੰ, ਤਾਂ ਹੁੰਦਾ ਕੀ ਹੈ, ਸੁਸਾਇਟੀ ਦੇ ਵਿੱਚ ਟ੍ਰੇਨਿੰਗ ਆਉਂਦੀ ਹੈ ਜਿਹੜੀਆਂ ਕਿ ਸਮਾਜ ਦੇ ਲਈ ਬੜੀਆਂ ਘਾਤਕ ਚੀਜ਼ਾਂ ਹੁੰਦੀਆਂ ਨੇ। ਇਹ ਚੀਜ਼ ਘਟਾਈ ਜਾ ਸਕਦੀ ਹੈ, ਚਿੰਨ੍ਹਾਂ ਰਾਹੀਂ ਵੀ ਦਿਖਾਈ ਜਾ ਸਕਦੀ ਹੈ, ਜਾਂ ਜਿੱਥੇ ਤੁਸੀਂ 100 ਗੋਲੀਆਂ ਚਲਾਉਂਦੇ ਹੋ 1 ਜਾਂ 2 ਗੋਲੀਆਂ ਨਾਲ ਵੀ ਉਸ ਚੀਜ਼ ਨੂੰ ਦਿਖਾਇਆ ਜਾ ਸਕਦਾ ਹੈ। ਮੈਨੂੰ ਲੱਗਦਾ ਹੈ ਕਿ ਇਹ ਗੱਲ ਐਵੇਂ ਨਹੀਂ ਹੈ ਕਿ ਦੇਖੋ ਇਹ ਸੀਰੀਜ਼ ਜਦੋਂ ਪਹਿਲਾਂ ਹੀ ਉਸਨੂੰ ਸਰਟੀਫਿਕੇਟ ਐਡਲਟ ਦਾ ਮਿਲ ਚੁੱਕਿਆ, ਜਦੋਂ ਕੋਈ ਇੱਕ ਅਡਲਟ ਮਤਲਬ ਸਹੀ ਦੇਖਣ ਵਾਲਾ ਆਡੀਅנס ਉਸਨੂੰ ਦੇਖਦੀ ਆ ਤਾਂ ਆਈ ਥਿੰਕ ਉਹਨੂੰ ਇੰਨੀ ਕੁ ਸਮਝ ਤਾਂ ਹੈ ਕਿ ਉਹ ਇਹ ਜਾਂ ਚੀਜ਼ ਫਿਰ ਹੋਣੀ ਚਾਹੀਦੀ ਹੈ ਕਿ ਉਹ ਇਸ ਚੀਜ਼ ਨੂੰ ਇਸ ਤਰੀਕੇ ਨਾਲ ਨਾ ਦੇਖੇ। ਹਾਲਾਂਕਿ ਜਿੱਥੇ ਤੱਕ ਦੀ ਬੱਚਿਆਂ ਤੱਕ ਦੀ ਗੱਲ ਹੈ, ਅੱਜ ਤੱਕ ਲਈ ਇਹ ਬਣੀਆਂ ਹੀ ਨਹੀਂ। ਇਹ ਮੈਨੂੰ ਅੱਜ ਤੱਕ ਗੱਲ ਸਮਝ ਨਹੀਂ ਆ ਰਹੀ ਕਿ ਚਾਈਲਡ ਲੌਕ ਇਹ OTT ਪਲੇਟਫਾਰਮਸ ਵੀ ਪ੍ਰੋਵਾਈਡ ਕਰਨੀਆਂ ਕਿ ਤੁਸੀਂ ਪਾਸਵਰਡ ਲਗਾ ਕੇ ਔਰ ਪੇਰੈਂਟਸ ਨੂੰ ਇਹ ਚੀਜ਼ਾਂ ਅਪਲਾਈ ਕਰਨੀਆਂ ਚਾਹੀਦੀਆਂ ਤੇ ਤਾਂ ਜੋ ਉਹਨਾਂ ਦੇ ਬੱਚੇ ਉਹਨਾਂ ਦੇ ਨਾ ਦੇਖ ਸਕਣ ਇਹ ਚੀਜ਼ਾਂ, ਕਿਉਂਕਿ ਇੱਕ ਏਜ ਜਿਹੜੀ ਸੈੱਟ ਕੀਤੀ ਗਈ ਹੁੰਦੀ ਹੈ, ਮੈਨੂੰ ਲੱਗਦਾ ਇਹ ਲੀਗਲ ਏਜ ਇਸ ਲਈ ਕੀਤੀ ਗਈ ਹੁੰਦੀ ਹੈ। ਕਿਉਂਕਿ ਗੋਲੀਆਂ ਦੀ ਇੱਕ ਗੱਲ ਹੋਰ ਇਸ ਦੇ ਨਾਲ ਹੀ ਮਸਲਾ ਕੱਲਾ ਇਸ ਦਾ ਨਹੀਂ ਕਿ ਬੱਚਿਆਂ ਤੋਂ ਅਸੀਂ ਕਿਵੇਂ ਬਚਾਉਣਾ ਹੈ, ਕਿ ਉਹ ਨਾਰਮਲੀ ਜਿੰਨੇ ਡਾਇਲੋਗ ਹੈ ਭਾਵੇਂ ਉਹ ਕਿੱਡੇ ਕਮਾਲ ਦੇ ਆ, ਹਰ ਡਾਇਲੋਗ ਤੋਂ ਬਾਅਦ ਜਿੱਡੀਆਂ ਅਸ਼ਲੀਲ ਗਾਲਾਂ ਆਉਂਦੀਆਂ ਨੇ। ਇੱਕ ਪਾਸੇ ਤਾਂ ਇੱਕ ਔਰਤ ਦਾ ਸ਼ੋਸ਼ਣ ਚੱਲ ਰਿਹਾ ਹੈ, ਨਾਲ ਦੀ ਨਾਲ ਜਿਹੜਾ ਵੀ ਕੋਈ ਬੰਦਾ ਉਹਦੇ ਵਿੱਚ, ਚਾਹੇ ਉਹ ਕੋਈ ਚੰਗੇ ਕਿਰਦਾਰ 'ਚ ਚਾਹੇ ਉਹ ਮਾੜੇ ਕਿਰਦਾਰ 'ਚ, ਇੱਕ ਐਡੀ ਚੌਂਦੀ ਮਤਲਬ ਗੰਦੀ ਗਾਲ ਕੱਢਦਾ। ਅਸਲ ਦੇ ਵਿੱਚ ਉਹ ਸਾਰੀਆਂ ਗਾਲਾਂ ਇੱਕ ਕਿਸਮ ਦੇ ਔਰਤ ਦੇ ਅੰਗਾਂ ਨੂੰ ਲੈ ਕੇ, ਔਰਤ ਦੇ ਨਾਲ ਇੱਕ ਜਿਹਨੂੰ ਕਹਿੰਦੇ ਆ ਕਿ ਵਰਬਲ ਬਲਾਤਕਾਰ ਲਗਾਤਾਰ ਹੋ ਰਿਹਾ ਹੈ। ਇੱਕ ਪਾਸੇ ਤਾਂ ਸੱਚਮੁੱਚ ਹੀ ਉਹ ਕੁਝ ਵਾਪਰ ਰਿਹਾ ਹੈ, ਪਰਦੇ ਤੇ ਵਾਪਰ ਰਿਹਾ ਹੈ, ਸਾਡੇ ਸਮਾਜ 'ਚ ਵੀ ਵਾਪਰ ਰਿਹਾ ਹੈ। ਦੂਜੇ ਪਾਸੇ ਜਦੋਂ ਨਾਲ ਦੀ ਨਾਲ ਅਸੀਂ ਗਾਲਾਂ ਦੇ ਰਾਹੀਂ ਇੰਨਾ ਜ਼ਿਆਦਾ ਅਸੀਂ ਗਾਲਾਂ ਨੂੰ ਵੀ ਨਾਰਮਲਾਈਜ਼ ਕਰ ਰਹੇ ਹਾਂ, ਜਿਹੜੀਆਂ ਚੀਜ਼ਾਂ ਨੂੰ ਅਸੀਂ ਇਹ ਮੈਂ ਗੱਲ ਤੁਹਾਡੇ ਨਾਲ ਸਹਿਮਤ ਹਾਂ ਕਿ ਐਵੇਂ ਦਿਖਾਉਂਦੇ ਨੇ, ਪਰ ਇਹ ਗੱਲਾਂ ਆਪਣੇ ਸਮਾਜ ਦੇ ਵਿੱਚ ਪ੍ਰੈਵਲੈਂਟ ਨੇ, ਤਾਂ ਹੀ ਕੋਈ ਚੀਜ਼ ਆਪਾਂ ਔਰਤ ਦੀ ਉਹ ਦੁਰਗਤੀ ਬਾਰੇ ਗੱਲ ਕਰਦੇ ਹਾਂ ਕਿ ਔਰਤ ਨੂੰ ਏਦਾਂ ਪੇਸ਼ ਕੀਤਾ ਗਿਆ, ਉਹ ਵੀ ਸਮਾਜ 'ਚ ਕਿਉਂਕਿ ਪ੍ਰੈਵਲੈਂਟ ਆ ਤਾਂ ਆਪਾਂ ਨੂੰ ਦਿਖਾਣਾ ਪੈਂਦਾ। ਨਹੀਂ, ਤੁਸੀਂ ਸੂਝਵਾਨ ਇਨਸਾਨ ਹੋ, ਤੁਹਾਨੂੰ ਉਹ ਚੀਜ਼ ਵਿਚਲਿਤ ਕਰਦੀ ਹੈ, ਸਾਨੂੰ ਵੀ ਉਹ ਚੀਜ਼ ਵਿਚਲਿਤ ਕਰਦੀ ਹੈ, ਤੇ ਜੇ ਉਹ ਸਾਨੂੰ ਵਿਚਲਿਤ ਕਰੂਗੀ ਤਾਂ ਹੀ ਅਸੀਂ ਸੁਸਾਇਟੀ ਦੇ ਵਿੱਚ ਉਸ ਚੀਜ਼ ਨੂੰ ਰੋਕਾਂਗੇ। ਪਲੱਸ ਆਪਾਂ ਇਸ ਨੂੰ ਇਸ ਤਰ੍ਹਾਂ ਨਾਲ ਵੀ ਦੇਖ ਸਕਦੇ ਹਾਂ ਕਿ ਚਲੋ ਜੋ ਵੀ ਉਹ ਸਾਰੇ ਕਰਦੇ ਰਹੇ ਨੇ, ਬਟ ਜਦੋਂ ਦੇਖਿਆ ਜਾਂਦਾ ਕਿ ਉਹਨਾਂ ਦਾ ਅੰਤ ਕਿਵੇਂ ਹੋਇਆ, ਜੋ ਮੈਟਰ ਕਰਦਾ, ਗਾਲਾਂ ਕੱਢਦਾ ਹੈ ਬੰਦਾ, ਵਿਗੜਿਆ, ਗੋਲੀਆਂ ਚਲਾ ਰਿਹਾ, ਸ਼ਰਾਬ ਪੀ ਰਿਹਾ, ਜਾਂ ਜੋ ਵੀ ਉਹ ਕਰ ਰਿਹਾ, ਬਟ ਇੱਕ ਵੀ ਕਿਰਦਾਰ ਕੋਈ ਐਸਾ ਨਹੀਂ ਹੈ ਜੋ ਇਸ ਵਿੱਚੋਂ ਬਚ ਕੇ ਨਿਕਲ ਰਿਹਾ ਹੈ। ਠੀਕ ਹੈ, ਉਹ ਕੁੱਤੇ ਦੀ ਮੌਤ ਮਾਰਿਆ ਹੀ ਜਾਂਦਾ ਹੈ ਅੰਤ ਨੂੰ। ਤਾਂ ਇਹ ਇੱਕ ਸਮਾਜ ਨੂੰ ਮੈਸੇਜ ਵੀ ਜਾਂਦਾ ਹੈ। ਜੇ ਚੀਜ਼ ਤੋਂ ਪੂਰਾ ਮੈਸੇਜ ਲੈਣਾ ਤਾਂ ਮੈਨੂੰ ਲੱਗਦਾ ਵੀ ਪੂਰਾ ਹੀ ਮੈਸੇਜ ਇਹ ਲੈ ਸਕਦੇ ਹਾਂ ਕਿ ਹਾਂ ਠੀਕ ਹੈ, ਬੱਚੇ ਨੂੰ ਜਿਸ ਨੂੰ ਵੀ ਦਿਖਾਉਂਦੇ ਹਾਂ ਆਪਾਂ ਜਾਂ ਦੱਸਦੇ ਹਾਂ, ਉਸਨੂੰ ਇਹ ਵੀ ਨਾਲ ਦੱਸਿਆ ਜਾ ਸਕਦਾ ਕਿ ਜੇ ਐਵੇਂ ਕਰੋਗੇ ਤਾਂ ਅੰਤ ਇਹ ਹੀ ਹੋਵੇਗਾ। ਨਹੀਂ, ਮੇਰਾ ਮਸਲਾ ਇਹ ਹੈ ਕਿ ਉਸ ਦੇ ਵਿੱਚ ਇੱਕ ਹਥਿਆਰ ਨੂੰ, ਇੱਕ ਮਰਦ ਦੇ ਲਿੰਗ ਨੂੰ, ਦੋਨਾਂ ਨੂੰ ਇੱਕ ਬਣਾ ਕੇ ਪੇਸ਼ ਕੀਤਾ ਜਾਂਦਾ। ਔਰਤ ਤੇ ਜਦੋਂ ਅਪਲਾਈ ਕੀਤਾ ਜਾਂਦਾ ਜਾਂ ਕਿਸੇ ਕਮਿਊਨਿਟੀ ਤੇ ਜਦੋਂ ਅਸੀਂ ਇਹ ਚੀਜ਼ ਅਪਲਾਈ ਕਰਦੇ ਹਾਂ, ਉਹਨਾਂ ਦੀਆਂ ਔਰਤਾਂ ਤੇ ਦੋ ਚੀਜ਼ਾਂ ਬਹੁਤ ਬੁਰੀ ਤਰ੍ਹਾਂ ਇਸਤੇਮਾਲ ਕੀਤੀਆਂ ਜਾਂਦੀਆਂ, ਇੱਕ ਮਰਦਾਵਾਂ ਲਿੰਗ ਤੇ ਇੱਕ ਅਸੀਂ ਕਹਿ ਸਕਦੇ ਹਾਂ ਕਿ ਜਿਹੜਾ ਕਿ ਹਥਿਆਰ, ਦੋਨੋਂ ਇਸ ਦੇ ਵਿੱਚ ਇੱਕ ਰੂਪ ਬਣ ਜਾਂਦੇ ਨੇ। ਸੋ ਜਦੋਂ ਅਸੀਂ ਇਸ ਨੂੰ ਇਉਂ ਗਲੈਮਰਾਈਜ਼ ਇੱਕ ਮਰਦਾਵੀ ਤਾਕਤ ਵਜੋਂ ਪੇਸ਼ ਕਰਾਂਗੇ, ਜਿਹੜਾ ਕਿ ਇਹ ਸੀਰੀਅਲ ਦੇ ਵਿੱਚ ਲੱਗਦਾ ਹੈ ਕਿ ਔਰਤ ਨੂੰ ਜਿਹੜਾ ਡਰਾਉਣ ਲਈ ਆਹ ਦੋ ਚੀਜ਼ਾਂ ਕਾਫੀ ਨਹੀਂ, ਤੇ ਪਰ ਵਧੀਆ ਚੀਜ਼ ਇਹਦੀ ਇਹੀ ਹੈ। ਇਹੀ ਮੈਂ ਕਹਿੰਦੀ, ਇੱਕ ਪਾਸੇ ਤਾਂ ਇਹ ਹੈ ਜਿਹਦੇ ਤੋਂ ਗਲਾਜ਼ਤ ਆਉਂਦੀ ਆ ਟੋਟਲ ਸੁਸਾਇਟੀ ਦੇ ਵਿੱਚੋਂ, ਇਹਦਾ ਮਤਲਬ ਟੋਟਲ ਸੁਸਾਇਟੀ ਹੈ ਜਿਹੜੀ ਸਾਡੀ, ਉਹ ਔਰਤ ਨੂੰ ਦੋ ਚੀਜ਼ਾਂ ਦੇ ਨਾਲ, ਇੱਕ ਸਿਰਫ ਔਰਤ ਨੂੰ ਨਹੀਂ ਬਾਕੀ ਸਮਾਜ ਨੂੰ, ਲਿੰਗ ਨੂੰ ਇੱਕ ਹਥਿਆਰ ਵਜੋਂ ਵਰਤਦੀ ਹੈ ਕਿਵੇਂ, ਤੇ ਉਸ ਦੀ ਕੋਈ ਸਪੇਸ ਨਹੀਂ ਹੈ, ਉਹਨੂੰ ਇਉਂ ਡੀਲ ਕੀਤਾ। ਨਹੀਂ, ਰਾਜਾ ਦੇ ਖਿਲਾਫ ਵੀ ਤਾਂ ਵਰਤੀ ਗਈ, ਉਹ ਸਿਰਫ ਔਰਤ ਲਈ ਨਹੀਂ ਹੈ। ਇਹ ਜਿਹੜੀਆਂ ਔਰਤਾਂ ਅੰਡਰਪ੍ਰਿਵਿਲੇਜ ਹਰ ਬੰਦੇ ਲਈ ਵਰਤੀਆਂ ਗਈਆਂ। ਉਹ ਸੀਐਮ ਦੀ ਜਿਹੜੀ ਮੇਰੀ ਇਹ ਗੱਲ ਹੈ, ਜਿਹੜੀ ਸੀਐਮ ਦੀ ਬੇਟੀ ਸੀਗੀ ਉਹਦੇ ਖਿਲਾਫ ਇਹ ਚੀਜ਼ਾਂ, ਕਿਉਂਕਿ ਉਹ ਪ੍ਰਿਵਿਲੇਜਡ ਬੈਕਗ੍ਰਾਉਂਡ ਤੋਂ ਸੀ, ਉਹ ਨਹੀਂ ਚੱਲ ਚਾਹੁੰਦੀ। ਮੈਂ ਇਹੀ ਕਹਿੰਦੀ ਆ ਕਿ ਜਿਹੜੀਆਂ ਚੀਜ਼ਾਂ ਬੁਰੀਆਂ ਦੇ ਨਾਲ ਜਿਹੜੀਆਂ ਮੈਂ ਹੁਣ ਅੱਛੀਆਂ ਚੀਜ਼ਾਂ ਵੱਲ ਜਿਹੜੀ ਆਉਣੀਆਂ, ਜਿਹੜੀਆਂ ਕਿ ਮੈਨੂੰ ਬਹੁਤ, ਕਿ ਇਸ ਫਿਲਮ ਦੇ ਵਿੱਚ ਨਾ ਉਹਨਾਂ ਨੇ ਬੜੇ ਸੋਹਣੇ ਜੁੱਟ ਬਣਾਏ ਆ। ਜਿਹੜਾ ਇੱਕ ਚੰਗਾ ਕਿਰਦਾਰ ਹੈ,
ਇੱਕ ਬੁਰਾ ਕਿਰਦਾਰ ਆ ਨਾਲੋਂ ਨਾਲ ਹੀ। ਇੱਕ ਬੰਦਾ ਬਹੁਤ ਇੰਟੈਲੀਜੈਂਟ ਹੈ, ਉਹ ਹਰ ਵੇਲੇ ਦਿਮਾਗ ਤੋਂ ਕੰਮ ਲੈਂਦਾ ਹੈ, ਚਾਹੇ ਉਹ ਕੋਈ ਔਰਤ ਹੈ ਚਾਹੇ ਉਹ ਕੋਈ ਮਰਦ ਹੈ। ਉਸ ਦੇ ਨਾਲ ਹੀ ਇੱਕ ਬੰਦਾ ਪਾਵਰ ਗੇਨ ਕਰਨਾ ਚਾਹੁੰਦਾ ਪਰ ਡਲ ਦਿਮਾਗ ਦਾ ਹੈ। ਸਾਨੂੰ ਇਹ ਸੀਰੀਜ਼ ਦੱਸਦੀ ਕੀ ਹੈ ਕਿ ਜੇ ਤਾਂ ਇੱਕ ਇੰਟੈਲੀਜੈਂਟ ਬੰਦੇ ਦੇ ਹੱਥ ਦੇ ਵਿੱਚ ਹਥਿਆਰ ਆ ਵੀ ਜਾਂਦੇ ਨੇ ਨਾ, ਉਹ ਦਿਮਾਗ ਤੋਂ ਇਸਤੇਮਾਲ ਕਰਕੇ ਹੀ ਉਹਦਾ ਇਸਤੇਮਾਲ ਕਰਦਾ ਹੈਗਾ। ਤੇ ਜੇ ਡਲ ਦਿਮਾਗ ਦੇ ਹੱਥ ਹਥਿਆਰ ਆ ਜਾਂਦਾ, ਉਹ ਸੰਸਾਰ ਦਾ ਵੀ ਕਲਿਆਣੇਟ ਕਰ ਜੂ, ਉਹਦੇ ਆਪ ਦੇ ਲਈ ਵੀ ਉਹ ਬੁਰਾ ਸਾਬਤ ਹੁੰਦਾ। ਹਥਿਆਰ ਦਾ ਪਹਿਲਾਂ ਇਸਤੇਮਾਲ ਕਰੇਗਾ ਦਿਮਾਗ ਦਾ ਬਾਅਦ। ਬਬਲੂ ਤੇ ਉਹ ਕੀ ਗੁੱਡੂ। ਬਬਲੂ ਤੇ ਗੁੱਡੂ ਦੋਨੋਂ। ਹੁਣ ਗੁੱਡੂ ਡਲ ਦਿਮਾਗ ਦਾ ਬੰਦਾ ਹੈ, ਠੀਕ ਹੈ, ਪਰ ਉਹ ਤਕੜਾ ਬਹੁਤ ਹੈ, ਉਹ ਦਲੇਰ ਹੈ, ਦਲੇਰ ਬੰਦਾ ਹੈ। ਹੁਣ ਦਲੇਰੀ ਹੀ ਨਹੀਂ, ਪਰ ਸਾਡੇ ਕੋਲ ਬ੍ਰੇਨ ਵੀ ਚਾਹੀਦਾ ਹੈ। ਉਹੀ ਕੰਮ ਉਹਦਾ ਜਿਹੜਾ ਭਰਾ ਹੈ ਉਹ ਬ੍ਰੇਨ ਨਾਲ ਕਰਦਾ ਹੈਗਾ, ਪਰ ਜਿਹੜਾ ਦਲੇਰ ਹੈ ਉਹੀ ਕੰਮ ਇੱਕ ਹਥਿਆਰ ਨਾਲ ਕਰਦਾ ਹੈਗਾ। ਸੋ ਇਸੇ ਤਰ੍ਹਾਂ ਜਦੋਂ ਇਹ ਫਿਲਮ ਦੇ ਵਿੱਚ ਨਾ ਮਤਲਬ ਕਲਾ ਪੱਖੋਂ ਇੰਨੀ ਵੀ ਊਣਤਾਈ ਨਹੀਂ ਹੈ। ਇਸੇ ਤੇ ਹੀ ਆਉਣਾ ਚਾਹੁੰਦੀ ਸੀ ਵੀ ਉਹ ਜੇ ਇੱਕ ਸਾਨੂੰ ਸਭ ਨੂੰ ਪਤਾ ਹੈ ਕਿ ਪਰਦੇ ਦੀ ਇੱਕ ਆਪਦੀ ਲੈਂਗੁਏਜ ਹੁੰਦੀ ਹੈ, ਸਿਨੇਮੇ ਦੀ ਸਿਨੇਮੈਟੋਗ੍ਰਾਫਰ ਦੀ ਇੱਕ ਆਪਦੀ ਲੈਂਗੁਏਜ ਹੈ। ਇਹਦੇ ਵਿੱਚ ਕਮਾਲ ਦੀ ਸਿਨੇਮੈਟੋਗ੍ਰਾਫੀ ਪੋਇਟਰੀ ਜਦੋਂ ਵਾਂਗੂ ਹੈ ਹਾਂ ਬਿਲਕੁਲ। ਜਦੋਂ ਉਹ ਪਾਉਂਦੇ ਆ ਨਾ ਉੱਤੇ ਸਕਰੀਨ ਤੇ ਲਾਈਟ, ਜਿਹੜਾ ਬੰਦਾ ਇੰਟੈਲੀਜੈਂਟ ਹੈ ਉਸੇ ਤੋਂ ਹੀ ਪਤਾ ਲੱਗ ਜਾਂਦਾ ਹੈ, ਉਹਨਾਂ ਦੇ ਲਾਈਟ ਪੈਣ ਤੋਂ ਹੀ, ਕਿ ਇਹ ਬੰਦਾ ਰੋਸ਼ਨੀ 'ਚ ਵਿਚਰਦਾ, ਇਹ ਦਿਮਾਗੀ ਤੌਰ ਤੇ ਬੜਾ ਚੁਸਤ ਹੈ। ਦੂਜਾ ਬੰਦਾ ਜਦੋਂ ਹਨੇਰੇ 'ਚ ਅੱਧ ਪਚੱਧਾ ਬੋਲਦਾ ਵੀ ਇਹ ਡੱਲ ਦਿਮਾਗ ਦਾ ਬੰਦਾ ਹੋਏਗਾ, ਜਾਣੀ ਦਰਸ਼ਕ ਨੂੰ ਕੋਈ ਚੀਜ਼ ਸਮਝਣ ਦੇ ਵਿੱਚ ਮੁਸ਼ਕਲ ਨਹੀਂ ਆਉਂਦੀ, ਉਹਦੀ ਇੱਕ ਆਪਣੀ ਲੈਂਗੁਏਜ ਹੈ। ਵੀ ਜਾਣੀ ਇਹ ਚੀਜ਼ਾਂ ਰਾਹੀਂ ਜਦੋਂ ਅਸੀਂ ਸਿਨੇਮੇ ਦੀ ਭਾਸ਼ਾ ਰਾਹੀਂ ਸਾਰੀਆਂ ਕੁਝ ਦਿਖਾ ਸਕਦੇ ਹਾਂ। ਮੇਰੇ ਕਹਿਣ ਦਾ ਮਤਲਬ ਫਿਰ ਸਾਨੂੰ ਵਰਬਲੀ ਹਿੰਸਾ ਦੀ ਕੀ ਲੋੜ ਹੈ ਜਿਹੜੀ ਇਹਦੇ ਵਿੱਚ ਦਿਖਾਈ ਹੈ। ਉਹ ਬੰਦੇ ਸਾਰਾ ਕੁਝ ਜਾਣਦੇ ਨੇ, ਉਹ ਨੋਇੰਗਲੀ ਮਸਾਲਾ ਪਾਉਂਦੇ ਆ ਜਿਸ ਚੀਜ਼ ਤੋਂ ਇੰਟੈਲੀਜੈਂਟ ਆਡੀਅנס ਵਾਸਤੇ ਬਣੀ ਹੋਈ ਇਹ ਸੀਰੀਜ਼ ਹੈ। ਤੇ ਪੈਟਲ ਕੁਝ ਐਡ ਕਰਨਾ ਚਾਹੁੰਦੀ ਸੀ? ਇਸ ਸੀਰੀਜ਼ ਰਿਲੇਟਡ ਮੈਂ ਗੱਲ ਕਰਨਾ ਚਾਹੁੰਦੀ ਸੀਗੀ ਕਿ ਇਸ ਵਿੱਚ ਇੱਕ ਆ ਗੱਲ ਵੀ ਬਹੁਤ ਅੱਛੀ ਦੱਸੀ ਗਈ ਹੈ ਕਿ ਵੱਖ-ਵੱਖ ਤਰ੍ਹਾਂ ਦੇ ਲੋਕਾਂ ਬਾਰੇ ਦੱਸਿਆ ਗਿਆ। ਕੋਈ ਕਿਸੇ ਤਰ੍ਹਾਂ ਦੀ ਬਿਰਤੀ ਦਾ ਹੁੰਦਾ, ਇਸ 'ਚ ਇੱਕ ਨਾ ਸੋਸ਼ੀਓਪੈਥ ਬਿਰਤੀ ਹੁੰਦੀ ਆ, ਉਹ ਬਹੁਤ ਅੱਛੀ ਤਰੀਕੇ ਨਾਲ ਤੁਸੀਂ ਮੈਨੂੰ ਲੱਗਦਾ ਸੈਕਿੰਡ ਕਰੋਗੇ ਇਸ ਗੱਲ ਨੂੰ, ਕਿਉਂਕਿ ਅਸੀਂ ਇਹ ਸੀਰੀਜ਼ ਇਕੱਠੀ ਦੇਖੀ ਸੀਗੀ। ਉਸਦਾ ਜਿਹੜਾ ਮੁੰਨਾ ਦਾ ਫਰੈਂਡ ਹੁੰਦਾ ਇੱਕ ਕੰਪਾਊਂਡਰ, ਉਹ ਜਿਸ ਹਿਸਾਬ ਨਾਲ ਉਹ ਬਾਅਦ 'ਚ ਤ੍ਰਿਪਾਠੀ ਨੂੰ ਮਾਰਨ ਵੀ ਜਾਂਦਾ, ਜਿਸ ਹਿਸਾਬ ਨਾਲ ਉਹ ਉਸਨੂੰ ਡਿਸਕ੍ਰਾਈਬ ਕਰਦਾ ਇੱਕ ਸੀਨ ਦੇ ਵਿੱਚ ਕਿ ਕਿਵੇਂ ਇੱਕ ਚਾਕੂ ਕੀ ਸੀ ਉਸ ਤਰ੍ਹਾਂ ਨਾਲ, ਮਤਲਬ ਉਹ ਕਿਵੇਂ ਇੱਕ ਤਰੀਕੇ ਨਾਲ ਦੱਸਦਾ ਕਿ ਕਿਵੇਂ ਇਸ ਨੂੰ ਆਏ ਉਸ ਤਰ੍ਹਾਂ ਗਨ ਨਾਲੋਂ ਵੀ ਜ਼ਿਆਦਾ ਮਤਲਬ ਉਹ ਮਜ਼ੇਦਾਰ ਹੈ। ਉਹ ਉਸਨੂੰ ਉਹ ਗਲੈਮਰਾਈਜ਼ ਤੁਸੀਂ ਇੱਥੇ ਦੱਸ ਰਹੇ ਹੋ ਨਾ ਵੀ ਕਿਵੇਂ ਖੂਨ ਦੇ ਛਿੱਟੇ ਪੈਣਗੇ ਜਾਂ ਕੁਝ, ਉਹ ਇੱਕ ਸੋਸ਼ੀਓਪੈਥ ਜਿਹਨੂੰ ਆਪਾਂ ਵਰਡ ਹੁੰਦਾਗਾ ਦੀ ਬਿਰਤੀ ਦੱਸਦਾ ਕਿ ਉਹ ਹੈ ਹੀ ਬੰਦਾ ਘਟਿਆ, ਉਸਨੂੰ ਮਾਰਨ 'ਚ ਹੀ ਮਜ਼ਾ ਆਉਂਦਾ ਹੈ, ਉਹਨੂੰ ਲੋਕਾਂ ਦੀ ਜਾਨ ਨਿਕਲਦੀ ਦੇਖਣ 'ਚ ਇੰਜੋਏ ਕਰਦੀ ਹੈ। ਮੈਨੂੰ ਜੋ ਇੱਕ ਬਹੁਤ ਚੰਗੀ ਚੀਜ਼ ਲੱਗੀ ਇਹਦੇ ਵਿੱਚ, ਕੁਝ ਡਿਵਾਈਸਿਸ ਨੂੰ ਲਿਟਰਲੀ ਯੂਜ਼ ਕੀਤਾ ਗਿਆ। ਇੱਕ ਡਿਵਾਈਸ ਹੁੰਦੀ ਹੈ ਚੈਕਹਵਸ ਗਨ, ਸਟਾਰਟਿੰਗ 'ਚ ਉਹ ਦੱਸ ਦਿੰਦੇ ਕਿ ਇਹਨਾਂ ਦੇ ਕੱਟੇ ਜਿਹੜੇ ਬਣਾਉਂਦੇ ਨੇ ਇਹਨਾਂ ਦੀ ਕੰਪਨੀ, ਉਹ ਫਟ ਜਾਂਦੇ ਹੱਥ ਦੇ ਵਿੱਚ। ਇਹ ਵਾਰ-ਵਾਰ 2-3 ਵਾਰ ਇਹ ਉਹਨਾਂ ਨੇ ਵਿੱਚ ਯੂਜ਼ ਕੀਤਾ ਜਿਸ ਦੇ ਵਿੱਚ ਇਹਨਾਂ ਦੇ ਕੱਟੇ ਫਟਦੇ ਨੇ, ਤੇ ਉਹ ਬਿਲਕੁਲ ਇਹੋ ਜਿਹੇ ਟਾਈਮ ਤੇ ਫਟਦੇ ਆ ਜਿਸ ਟਾਈਮ ਤੇ ਦੂਸਰੀ ਧਿਰ ਨੂੰ ਇਸ ਚੀਜ਼ ਦਾ ਫਾਇਦਾ ਹੁੰਦਾ। ਤਾਂ ਉਹਨਾਂ ਨੇ ਇਹੀ ਜਿਹੜੀਆਂ ਆਪਾਂ ਕਹਿੰਦੇ ਲਿਟਰੇਰੀ ਡਿਵਾਈਸਿਸ ਨੇ, ਉਹਨਾਂ ਨੂੰ ਬਿਲਕੁਲ ਬਿਲਕੁਲ ਹੀ ਐਕਚੁਅਲ ਦੇ ਵਿੱਚ ਸਕਰੀਨ ਦੇ ਉੱਤੇ ਉਤਾਰਿਆ, ਜੋ ਕਿ ਮੈਨੂੰ ਬਹੁਤ ਖੂਬਸੂਰਤ ਗੱਲ ਲੱਗੀ। ਇਹ ਵੀ ਇੱਕ ਖੂਬਸੂਰਤ ਗੱਲ ਮੈਨੂੰ ਹੋਰ ਵੀ ਲੱਗੀ, ਉਹ ਇਹ ਹੈ ਕਿ ਇੱਕ ਪਾਸੇ ਹਥਿਆਰ ਹੈ, ਇੱਕ ਪਾਸੇ ਹਥਿਆਰਾਂ ਦੇ ਨਾਲ ਉਹਨਾਂ ਕੋਲੇ ਪੈਸਾ ਹੈ, ਬਿਜ਼ਨਸ ਹੈ, ਪਰ ਦੂਜੇ ਪਾਸੇ ਲੋਕ ਹੈ ਜਿਹੜੇ ਉਹ ਨਿਹੱਥੇ ਹੈ, ਠੀਕ ਹੈ। ਜਦੋਂ ਉਹਨਾਂ ਦਾ ਆਪਸ ਦੇ ਵਿੱਚ ਕਲੈਸ਼ ਹੁੰਦਾ, ਜਿਵੇਂ ਫਸਟ ਸੀਨ ਦੇ ਵਿੱਚ ਇਹ ਗੱਲ ਬਹੁਤ ਹੀ ਕਮਾਲ ਤਰੀਕੇ ਨਾਲ ਉਹ ਸ਼ੁਰੂ ਕਰਦੇ ਆ ਕਿ ਉਹ ਆ ਕੇ ਕੱਟਿਆਂ ਦੇ ਨਾਲ ਜਦੋਂ ਉਹਨਾਂ ਨੂੰ ਡਰਾਉਂਦੇ ਆ, ਪਰ ਉਹਨਾਂ ਦਾ ਜਿਹੜਾ ਮੁਕਾਬਲਾ ਕਿਵੇਂ ਕਰਦੇ ਆ, ਇੱਕ 'ਚ ਦਲੇਰੀ ਹੈ, ਇੱਕ 'ਚ ਦਿਮਾਗ ਹੈ, ਤੇ ਸਾਰਾ ਪਰਿਵਾਰ ਕੋਈ ਉਹਨਾਂ ਦੇ ਗਲਾਸ ਮਾਰਦਾ, ਕੋਈ ਉਹਨਾਂ ਦੇ ਕੋਲੇ ਮਾਰਦਾ, ਉਹਨਾਂ ਨੂੰ ਇੰਨੇ ਵਧੀਆ ਤਰੀਕੇ ਨਾਲ ਉਹ ਭਾਂਜ ਦਿੰਦੇ ਆ ਕਿ ਹਥਿਆਰਾਂ ਵਾਲੇ ਲੋਕ ਦੌੜ ਜਾਂਦੇ ਨੇ। ਸੋ ਹਰ ਮਨੁੱਖ ਦੇ ਪਾਸ ਇੱਕ ਹਥਿਆਰ ਹੈ, ਪਰ ਇਸ ਸਾਰੇ ਕੁਝ ਦੇ ਵਿਰੁੱਧ ਲੜਨਾ ਕਾਹਦੇ ਨਾਲ ਹੈ? ਜ਼ਰੂਰੀ ਨਹੀਂ ਸਾਡੇ ਕੋਲ ਗੋਲੀਆਂ ਹੋਣ, ਤੁਸੀਂ ਕਿਹੜੀ ਚੀਜ਼ ਦੇ ਨਾਲ ਲੜਨਾ ਹੈ, ਤੁਹਾਡੇ ਵਿੱਚ ਲੜਨ ਦੀ ਸਮਰੱਥਾ ਹੋਣੀ ਚਾਹੀਦੀ ਹੈ। ਤੇ ਜਦੋਂ ਬੰਦਾ ਉਹਦੇ ਕੋਲੇ ਜਾ ਕੇ, ਗੁੱਡੂ ਕਹਿੰਦਾ ਵੀ ਹੈ ਨਾ, ਉਹਨਾਂ ਕੋਲੇ ਪਾਵਰ ਹੈ, ਉਹਨਾਂ ਨੂੰ ਪਤਾ ਵੀ ਸਾਨੂੰ ਬੰਦੇ ਮਰਵਾ ਸਕਦੇ ਆ, ਪਰ ਉਹ ਕਹਿੰਦਾ ਕੀ ਹੈ, ਉਹ ਕਹਿੰਦਾ ਕਿ ਅਗਰ ਮਾਂ ਕੀ ਗੱਲ ਦੇਗਾ ਨਾ ਤਾਂ ਹਮ ਫਿਰ ਮਾरेंगे, ਬੜੇ ਆਰਾਮ ਨਾਲ ਪੋਲਾਈਟ ਤਰੀਕੇ ਨਾਲ ਕਹਿੰਦੇ ਆ। ਇਹਦਾ ਮਤਲਬ ਮਨੁੱਖ ਦੇ ਅੰਦਰ ਲੜਨ ਦੀ ਇੱਕ ਪਾਵਰ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਦੇ ਖਿਲਾਫ, ਤੇ ਅਸੀਂ ਉਸ ਨੂੰ
ਕਾਬੂ ਕਰ ਸਕਦੇ ਆ। ਸੋ ਜਿਹੜੀ ਲੜਾਈ ਹੈ ਉਹ ਦਿਮਾਗ ਦੇ ਨਾਲ ਤੇ ਦਲੇਰੀ ਦੇ ਨਾਲ ਲੜੀ ਜਾਂਦੀ ਹੈ, ਹਥਿਆਰਾਂ ਦੇ ਨਾਲ ਨਹੀਂ। ਇਹ ਇੱਕ ਇਹਦਾ ਬਹੁਤ ਜਿਹੜਾ ਪਲੱਸ ਪੁਆਇੰਟ ਹੈ, ਜਿਹੜਾ ਕਿ ਮੈਨੂੰ ਬਹੁਤ ਵਧੀਆ ਲੱਗਿਆ। ਇੱਕ ਹੋਰ ਮੈਂ ਇੱਕ ਗੱਲ ਹੋਰ ਜਿਹੜਾ ਨਾ ਆਮ ਇੱਕ ਗੱਲ ਹੋਰ ਵੀ ਦਿਖਾਈ ਹੈ ਇਹਦੇ ਵਿੱਚ, ਆਮ ਕਰਕੇ ਔਰਤਾਂ ਨੂੰ ਬੜਾ ਡਲ ਦਿਮਾਗ ਜਾਂ ਪੇਸ਼ ਕੀਤਾ ਜਾਂਦਾ ਹੈ। ਇਸ ਦੇ ਵਿੱਚ ਔਰਤਾਂ ਨਾ ਬੜੀ ਕੂਟਨੀਤੀ ਤੋਂ ਕੰਮ ਲੈਂਦੀਆਂ ਨੇ ਤੇ ਚਾਣਕਿਆ ਨੀਤੀ ਉਹ ਇੱਕ ਵਾਰ ਪੜ੍ਹ ਵੀ ਰਹੀ ਹੁੰਦੀ ਹੈ ਇਹਦੇ ਵਿੱਚ ਗੋਲੂ। ਤੇ ਉਹ ਜਿਹੜੀ ਖਾਸ ਕਰਕੇ ਇਸ ਦੇ ਵਿੱਚ ਜਿਹੜੀ ਉਹ ਕੁੜੀ ਹੈ ਗੋਲੂ, ਉਹਦਾ ਜਿਹੜਾ ਕਿਰਦਾਰ ਹੈ, ਜਿੰਨਾ ਉਹ ਤਾਸੂ ਹੈ, ਉਹ ਬ੍ਰੇਨੀ ਲੜਕੀ ਹੈ, ਕਿਤੇ ਘਬਰਾਉਂਦੀ ਨਹੀਂ, ਮਜਬੂਰੀ ਬਣਦੀ ਹੈ ਤਾਂ ਉਹ ਹਥਿਆਰ ਦੀ ਟ੍ਰੇਨਿੰਗ ਲੈ ਕੇ ਸਟੈਂਡ ਵੀ ਕਰਦੀ ਹੈ। ਤੇ ਬੜੀ ਉਹ ਮੁਹੱਬਤ ਤੇ ਸੈਕਸ ਰਿਲੇਸ਼ਨ ਦੋਨਾਂ ਦੇ ਵਿਚਲਾ ਫਰਕ ਸਮਝਦੀ ਵੀ ਹੈ ਤੇ ਸਮਝਾਉਂਦੀ ਵੀ ਹੈ। ਤੇ ਸਾਰੇ ਕੁਝ ਨੂੰ ਉਹ ਕਹਿੰਦੀ ਹੈ ਕਿ ਕੰਟਰੋਲ ਮੇਰੇ ਹੱਥ 'ਚ ਰਹੂਗਾ, ਚਾਹੇ ਉਹ ਸੈਕਸ ਰਿਲੇਸ਼ਨ ਦਾ ਮਸਲਾ ਹੋਵੇ, ਚਾਹੇ ਉਹ ਦੂਸਰਾ ਮਸਲਾ ਹੋਵੇ, ਕੰਟਰੋਲ ਹਮੇਸ਼ਾ ਮੇਰੇ ਕੋਲੇ ਰਹੂਗਾ। ਤੇ ਇਹਦਾ ਮਤਲਬ ਔਰਤ ਨੂੰ ਜਿਹੜੇ ਹੁਣ ਤੱਕ ਡੱਲ ਸਥਾਪਿਤ ਕਰਦੇ ਸੀ ਕਿ ਇਉਂ ਵੀ ਔਰਤ ਨੂੰ ਡੀਲ ਕੀਤਾ ਜਾ ਸਕਦਾ, ਜੇ ਉਸਦੇ ਕੋਲੇ ਬ੍ਰੇਨ ਹੈ ਉਹ ਹਥਿਆਰ ਵੀ ਚਲਾ ਸਕਦੀ ਹੈ, ਉਹ ਸਾਰੇ ਕੁਝ ਨੂੰ ਪਾਵਰ ਨੂੰ ਕੰਟਰੋਲ ਵੀ ਕਰ ਸਕਦੀ ਹੈ ਤੇ ਸਟੈਂਡ ਵੀ ਕਰ ਸਕਦੀ ਹੈ। ਮਨਿੰਦਰ ਤੁਸੀਂ? ਮੈਂ ਜੋ ਕਹਿ ਰਿਹਾ ਸੀ ਪੁਆਇੰਟ ਨਾ, ਕਿ ਉਹ ਇੱਕ ਜੋ ਹੋਰ ਮੈਨੂੰ ਮੰਮੀ ਦੇ ਪੁਆਇੰਟ ਤੋਂ ਯਾਦ ਆਇਆ ਇੱਕ ਚੀਜ਼ ਨਾ, ਜੋ ਇਹਨਾਂ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਦਰਸਾਈ ਹੈ ਤੇ ਬਾਰ-ਬਾਰ ਉਸ ਤੇ ਜੋ ਸਟ੍ਰੈਸ ਵੀ ਦਿੱਤਾ ਹੈ ਕਿ ਆਪਸ਼ਨ, ਜਦੋਂ ਉਹ ਉੱਥੇ ਜਾਂਦੇ ਨੇ ਉਹਨਾਂ ਨੂੰ ਪਤਾ ਹੈ ਕਿ ਬਾਹੂਬਲੀ ਹੈ ਤੇ ਉਹ ਆਪਣੇ ਬਾਪ ਨੂੰ ਬਾਰ-ਬਾਰ ਆ ਕੇ ਇੱਕੋ ਗੱਲ ਕਹਿੰਦੇ ਨੇ, ਕੀ ਸਾਡੇ ਕੋਲ ਕੋਈ ਆਪਸ਼ਨ ਸੀ, ਕੀ ਸਾਡੇ ਕੋਲ ਕੋਈ ਆਪਸ਼ਨ ਸੀ। ਤੇ ਬਿਲਕੁਲ ਇੱਕ ਜੋ ਵਿਊਅਰ ਹੈ ਉਸਨੂੰ ਵੀ ਸਮਝ 'ਚ ਆ ਜਾਂਦਾ, ਉਸਨੂੰ ਵੀ ਪਤਾ ਚੱਲ ਜਾਂਦਾ ਕਿ ਹਾਂ ਇਹਨਾਂ ਦੇ ਕੋਲ ਕੋਈ ਆਪਸ਼ਨ ਨਹੀਂ ਸੀ। ਜੇ ਉਹ ਉਸ ਦੀ ਗੱਲ ਨਹੀਂ ਮੰਨਦੇ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਉਹ ਬਾਹੂਬਲੀ ਨੇ ਜਾਂ ਅਖੰਡਾਨਾਥ ਕਹਿ ਲਈ ਜਾਂ ਕਾਲੀਨ ਭਈਆ ਨੇ ਉਹਨਾਂ ਦਾ ਪਰਿਵਾਰ ਦਾ ਨੁਕਸਾਨ ਕਰਨਾ ਹੀ ਸੀ। ਉਹ ਬਿਜ਼ਨਸਮੈਨ ਵਤੀਰੇ ਦਾ ਬੰਦਾ ਇਸੇ ਕਰਕੇ ਚੁੱਪ ਰਿਹਾ ਕਿ ਹਾਂ ਸ਼ਾਇਦ ਉਸਨੂੰ ਉਹਨਾਂ ਦੇ ਵਿੱਚੋਂ ਦਿਮਾਗ ਤੇ ਦਲੇਰੀ ਦੋਨੋਂ ਦਿਖੀਆਂ ਤੇ ਇੱਕ ਇਕੱਠਾ ਸੁਮੇਲ ਦਿਖਿਆ ਤੇ ਉਹਨੂੰ ਲੱਗਿਆ ਮੇਰਾ ਬਿਜ਼ਨਸ ਇਹ ਕੁਛ ਮੈਨੂੰ ਫਾਇਦਾ ਦੇ ਸਕਦੇ ਨੇ। ਉਹ ਇਸੇ ਕਰਕੇ ਆਪਣੇ ਮੁੰਡੇ ਮੁੰਨੇ ਨੂੰ ਥੋੜਾ ਡਾਂਟ ਕੇ ਪਰੇ ਤੋਂ ਧੁਕਾਰ ਕੇ ਰੋਕ ਲੈਂਦਾ ਹੈ ਤੇ ਉਹਨਾਂ ਨੂੰ ਕਰਦਾ ਹੈ। ਪਰ ਆਖੀਰ ਤੱਕ ਇਸ ਚੀਜ਼ ਨੂੰ ਜੋ ਉਹਨਾਂ ਨੇ ਦਰਸਾਇਆ ਸੀਰੀਜ਼ 'ਚ ਕਿ ਕੀ ਸਾਡੇ ਕੋਲ ਆਪਸ਼ਨ ਸੀ, ਤਾਂ ਇਹ ਚੀਜ਼ ਬੈਕ ਐਂਡ ਤੇ ਬਹੁਤ ਅੱਛੀ ਲੱਗਦੀ ਆ। ਇੱਕ ਜਦੋਂ ਵਿਊਅਰ ਪੂਰਾ ਦੇਖਦਾ ਵੀ ਰਹਿੰਦਾ ਕਿ ਹਾਂ ਠੀਕ ਹੈ ਕਿ ਹਾਂ ਇਹਨਾਂ ਨੇ ਇੱਕ ਹੋਰ ਰਿਐਲਿਟੀ ਸਮਾਜ ਦੀ ਦਿਖਾਈ ਹੈ, ਕਿਉਂਕਿ ਹਰ ਕੋਈ ਕ੍ਰਿਮੀਨਲ, ਜਿਵੇਂ ਕਹਿੰਦੇ ਵੀ ਨੇ ਕਿ ਕੋਈ ਕ੍ਰਿਮੀਨਲ ਪੈਦਾ ਨਹੀਂ ਹੁੰਦਾ ਹੈ ਨਾ, ਉਹ ਜੋ ਸਥਿਤੀਆਂ ਹੁੰਦੀਆਂ ਨੇ, ਜੋ ਟਾਈਮ ਹੁੰਦਾ ਆ ਉਹ ਉਸ ਨੂੰ ਬਣਾਉਂਦਾ ਹੈ ਜਾਂ ਨਿਖਾਰਦਾ ਹੈ ਨਾ। ਕਈਆਂ ਕੋਲੇ ਆਪਸ਼ਨਸ ਹੁੰਦੇ ਨੇ ਪਰ ਉਹ ਜਿਵੇਂ ਕਿ ਕਿਹਾ ਸੀ ਪੈਟਰੋ ਨੇ ਕਿ ਸਾਈਕੋਪੈਥ ਹੁੰਦੇ ਨੇ ਨਾ, ਠੀਕ ਹੈ, ਜਾਂ ਉਹ ਜਿਨ੍ਹਾਂ ਨੂੰ ਮਜ਼ਾ ਆਉਂਦਾ ਆ, ਕੁਛ ਮਜ਼ੇ ਲਈ ਕਰਦੇ ਨੇ ਸਾਈਕੋਪੈਥਸ ਹੈ ਨਾ, ਕੁਛ ਵਿਦਾਊਟ ਐਨੀ ਆਪਸ਼ਨ, ਜਿਨ੍ਹਾਂ ਕੋਲ ਕੋਈ ਆਪਸ਼ਨ ਹੁੰਦਾ ਹੀ ਨਹੀਂ, ਸਥਿਤੀ ਹੀ ਐਸੀ ਹੈ ਕਿ ਉਹਨਾਂ ਨੂੰ ਕਰਨਾ ਪੈ ਜਾਂਦਾ ਤੇ ਉਹ ਵੀ ਉਹਨਾਂ ਨੇ ਦਰਸਾਇਆ ਆ। ਠੀਕ ਹੈ, ਇਹ ਚੀਜ਼ ਮੈਨੂੰ ਇਸ ਸੀਰੀਅਲ ਦੀ ਬਹੁਤ ਅੱਛੀ ਲੱਗੀ ਕਿ ਮਨਿੰਦਰ ਮੈਂ ਨਾ ਤੁਹਾਡੀ ਗੱਲ 'ਚ ਐਕਸਟੈਂਸ਼ਨ ਹੀ ਕਰਦੀ ਹਾਂ। ਹੁਣ ਜਿਸ ਤਰ੍ਹਾਂ ਮੁੰਨਾ, ਜਿਵੇਂ ਪੈਟਲ ਨੇ ਵੀ ਇਹ ਗੱਲ ਕਹੀ ਸੀਗੀ ਵੀ ਗ੍ਰੇ ਕਿਰਦਾਰ ਨੇ ਇਸ ਦੇ ਵਿੱਚ, ਕੋਈ ਵੀ ਬੰਦਾ ਪੂਰਨ ਰੂਪ ਵਿੱਚ ਕ੍ਰਿਮੀਨਲ ਨਹੀਂ ਹੁੰਦਾ। ਹੁਣ ਮੁੰਨੇ ਦੇ ਕਰੈਕਟਰ ਨੂੰ ਜੇ ਤੁਸੀਂ ਸਮਝੋ, ਉਹ ਜਨਮਜਾਤ ਕੋਈ ਕ੍ਰਿਮੀਨਲ ਨਹੀਂ ਹੈ। ਉਹ ਘਰ ਦੇ ਵਿੱਚ ਕਿਉਂਕਿ ਮਾਂ ਹੈ ਨਹੀਂ, ਇੱਕ ਇਗਨੋਰਡ ਬੱਚਾ ਹੈਗਾ, ਉਹਨੂੰ ਲੱਗਦਾ ਕਿ ਉਹ ਪਾਵਰ ਉਹਦੇ ਕੋਲੇ ਆਉਂਦੀ। ਦੂਸਰੀ ਗੱਲ ਕਿ ਉਹ ਐਡਾ ਭਾਵੇਂ ਨਾ ਉਹ ਕ੍ਰਾਈਮ ਦੇ ਰਸਤੇ ਤੇ ਹੀ ਜਾਣਾ ਹੋਵੇ, ਭਾਵੇਂ ਪੈਸਾ ਹੀ ਕਮਾਉਣਾ ਹੋਵੇ, ਭਾਵੇਂ ਤੁਸੀਂ ਹਥਿਆਰਾਂ ਦਾ ਕਾਰੋਬਾਰ ਹੀ ਕਰਦੇ ਹੋ, ਭਾਵੇਂ ਤੁਸੀਂ ਨਸ਼ਿਆਂ ਦਾ ਕਾਰੋਬਾਰ, ਉਸ ਦੇ ਵਿੱਚ ਵੀ ਬੜਾ ਦਿਮਾਗੀ ਤੌਰ ਤੇ ਤੁਹਾਨੂੰ ਉਹ ਸਾਰਾ ਕੁਝ ਪਾਵਰ ਕੰਟਰੋਲ ਕਰਨੀ ਆਉਂਦੀ ਹੋਵੇ। ਹੁਣ ਮੁੰਨੇ ਨੂੰ ਉਸ ਘਰ 'ਚ ਪੈਦਾ ਹੋ ਕੇ ਵੀ ਉਹ ਚੀਜ਼ਾਂ ਡੀਲ ਨਹੀਂ ਕਰਨੀਆਂ ਆਉਂਦੀਆਂ, ਉਹਨੂੰ ਹਥਿਆਰ ਚਲਾਉਣੇ ਆਉਂਦੇ ਆ, ਉਹਨੂੰ ਵਾਇਲੈਂਸ ਫੈਲਾਉਣਾ ਆਉਂਦਾ, ਠੀਕ ਹੈ। ਉਹਦੇ ਮਨ ਦੇ ਵਿੱਚ ਇੱਕ ਇੰਨਾ ਜ਼ਿਆਦਾ ਰੋਹ ਹੈ ਜਿਹੜਾ ਹਰ ਵੇਲੇ ਸੁਸਾਇਟੀ ਪ੍ਰਤੀ ਬਣ ਜਾਂਦਾ। ਅਸਲ 'ਚ ਉਹਦਾ ਜਿਹੜਾ ਉਹ ਨਫ਼ਰਤ ਆ, ਉਹ ਰੋਹ ਆ, ਉਹ ਤਾਂ ਉਹਦੇ ਬਾਪ ਦਾਦੇ ਪ੍ਰਤੀ ਪਈ ਹੈ। ਉਹਨੂੰ ਪਤਾ ਕਿ ਮੇਰੀ ਮਾਂ ਡੀਸੈਂਟ ਫੈਮਿਲੀ 'ਚ ਆ, ਉਹ ਕਹਿੰਦਾ ਨਾ, ਉਹ ਮਾਂ ਦੀ ਗੱਲ ਨਹੀਂ ਸੁਣਦਾ ਕਿ ਮੇਰੀ ਮਾਂ ਕੇ ਬਾਰੇ ਕੁਛ ਵੀ ਬੋਲਣਾ, ਠੀਕ ਹੈ। ਸੋ ਇਗਨੋਰਡ ਚਾਈਲਡ ਹੈ, ਉਸ ਦੀ ਜਿਹੜੀ ਫਰਸਟ੍ਰੇਸ਼ਨ ਸਮਝ ਆਉਂਦੀ ਹੈ ਉਹਦੇ ਕਿਰਦਾਰ ਨੂੰ। ਕੋਈ ਐ ਅਸੀਂ ਸੁਸਾਇਟੀ 'ਚ ਕੋਈ ਜਸਟੀਫਾਈ ਨਹੀਂ ਕਰਦੇ ਕਿ ਇੱਦਾਂ ਦੇ ਕਿਰਦਾਰ ਹੋ ਜਾਣੇ ਚਾਹੀਦੇ, ਅਸੀਂ ਉਹਨਾਂ ਨੂੰ ਕੋਈ ਖੁੱਲ੍ਹ ਦੇ ਦਈਏ, ਪਰ ਸਾਨੂੰ ਮਨੁੱਖੀ ਮਨ ਦੀਆਂ ਗੁੰਝਲਾਂ ਨੂੰ ਸਮਝਣ ਦੇ ਵਿੱਚ ਇਹ ਸੀਰੀਜ਼ ਬਹੁਤ ਕੰਮ ਕਰਦੀ ਹੈ। ਆਪਾਂ ਐਕਸੈਪਟ ਨਹੀਂ ਕਰਦੇ ਬਟ ਵੀ ਅੰਡਰਸਟੈਂਡ, ਜੋ ਕਿ ਬੈਸਟ ਚੀਜ਼ ਇਸ ਸੀਰੀਅਲ ਦੀ ਹੈ ਕਿ ਤੁਹਾਨੂੰ ਐਕਸੈਪਟ ਕਰਨਾ ਨਹੀਂ ਸਿਖਾਉਂਦੀ ਬਟ ਐਟਲੀਸਟ ਉਹਨਾਂ ਦਾ ਪੁਆਇੰਟ ਆਫ ਵਿਊ ਅੰਡਰਸਟੈਂਡ ਕਰਨਾ ਸਿਖਾਉਂਦੀ ਹੈ। ਤੇ ਇਸ ਦੇ ਨਾਲ ਹੀ ਉਹ ਜਿਹੜੀ ਲੜਕੀ ਹੈਗੀ, ਜਿਹੜੀ ਸੀਐਮ ਬਣਦੀ ਹੈ, ਕੀ ਉਹਦਾ ਨਾਂ ਕੀ ਹੈ, ਸੀਐਮ ਦੀ ਬੇਟੀ, ਹਾਂ ਸੀਐਮ ਦੀ ਜਿਹੜੀ ਬੇਟੀ ਹੈ,
ਉਹ ਕਿਉਂਕਿ ਬਚਪਨ ਦੇ ਵਿੱਚ ਹੀ ਉਹ ਰਾਜਨੀਤਿਕ ਪਰਿਵਾਰ ਦੇ ਵਿੱਚ ਪੈਦਾ ਹੋਈ ਹੈ, ਅਕਲਮੰਦ ਹੈ, ਸਿਆਣੀ ਹੈ, ਹਾਲਾਤ ਐਸੇ ਹੈ ਕਿ ਉਹ ਵਿਡੋ ਹੋ ਗਈ, ਠੀਕ ਹੈ। ਵੈਸੇ ਵੀ ਕੁੜੀਆਂ ਦੀ ਘਰ ਦੇ ਵਿੱਚ ਵਿਰਾਸਤ ਨਹੀਂ ਸਮਝੀ ਜਾਂਦੀ। ਜਦੋਂ ਸੀਐਮ ਨੂੰ ਟੇਢੇ ਢੰਗ ਨਾਲ ਮਰਵਾਇਆ ਜਾਂਦਾ, ਆਪਾਂ ਕਹਿ ਲਈਏ ਹੈ ਨਾ, ਪਰਿਵਾਰਕ ਉਹਦੇ ਵਿੱਚ ਉਹਨੂੰ ਮਰਵਾ ਦਿੱਤਾ ਜਾਂਦਾ, ਪਾਵਰ ਕਿਹਦੇ ਕੋਲੇ ਜਾਂਦੀ ਹੈ? ਉਹਦੇ ਭਰਾ ਕੋਲੇ ਜਾਂਦੀ ਹੈ, ਜਿਹੜਾ ਕਿ ਇਜਾਜ਼ ਹੈ, ਸਾਰਾ ਕੁਝ ਹੈ। ਪਰ ਉਹ ਲੜਕੀ ਕਾਹਦੇ ਨਾਲ ਉਹ ਜਿਹੜੀ ਪਾਵਰ ਗੇਨ ਕਰਦੀ ਹੈ? ਜਦੋਂ ਕਿ ਉਸ ਪਾਵਰ ਤੇ ਜਿਹੜੀਆਂ ਨਜ਼ਰਾਂ ਤਾਂ ਉਹਦੇ ਸਹੁਰੇ ਪਰਿਵਾਰ ਦੀਆਂ ਲੱਗੀਆਂ ਹੋਈਆਂ, ਉਹਦੇ ਸਹੁਰੇ ਕੋਲੇ ਚਲੀ ਜਾਂਦੀ ਸੁਸਾਇਟੀ ਅਨੁਸਾਰ। ਪਰ ਕਿਉਂਕਿ ਉਹ ਕੁੜੀ ਗਿਆਨਵਾਨ ਹੈ, ਕਿਉਂਕਿ ਉਹ ਕੁੜੀ ਸਿਆਣੀ ਹੈ, ਉਹ ਸਾਰੇ ਕੁਝ ਨੂੰ ਇੰਨੀ ਡਿਪਲੋਮੇਸੀ ਨਾਲ ਚੁੱਪ ਰਹਿ ਕੇ ਸਾਰੀ ਚੀਜ਼ ਤੇ ਨਜ਼ਰ ਰੱਖ ਕੇ ਸਮਝ ਕੇ ਜਿਵੇਂ ਉਹ ਸੀਐਮ ਬਣਦੀ ਹੈ ਕਮਾਲ ਦੇ ਤਰੀਕੇ ਨਾਲ। ਜਾਣੀ ਇਹ ਇੱਕ ਗੱਲ ਜਿਹੜੀ ਮੈਨੂੰ ਸਭ ਤੋਂ ਵਧੀਆ ਇਹੀ ਲੱਗੀ ਹੈ ਕਿ ਔਰਤ ਕੋਲੇ ਜਿਹੜਾ ਸਭ ਤੋਂ ਵੱਡਾ ਹਥਿਆਰ ਹੈ ਇਸ ਪਾਵਰ ਨੂੰ ਗੇਨ ਕਰਦਾ, ਉਹਦੇ ਕੋਲੇ ਨਾ ਹੀ ਤਾਂ ਕੋਈ ਰਾਈਫਲਾਂ ਨੇ, ਨਾ ਹੀ ਕੁਝ ਹੋਰ ਆ, ਉਹਦੇ ਕੋਲੇ ਨਾ ਧੜਕਤਾ, ਉਹਦੇ ਕੋਲੇ ਗਿਆਨ, ਚਾਹੇ ਗੋਲੂ ਦਾ ਕਿਰਦਾਰ ਹੋਵੇ, ਚਾਹੇ ਸੀਐਮ ਦਾ ਕਿਰਦਾਰ ਚਾਹੇ ਹੋਵੇ, ਸਵੀਟੀ ਦੀ ਦਲੇਰੀ ਹੋਵੇ। ਸਵੀਟੀ, ਹਾਂ ਸਵੀਟੀ ਵੀ ਤਾਂ ਹੁਣ ਇਹੀ ਕਹਿੰਦੀ ਹੈ ਕਿ ਮੈਂ ਤਾਂ ਇਹ ਸਾਰਾ ਕੁਝ ਬਚਪਨ 'ਚ ਦੇਖਿਆ, ਮੈਨੂੰ ਨਾ ਤੋਂ ਡਰ ਡਰ ਨਹੀਂ ਲੱਗਦਾ ਹੈਗਾ, ਕੋਈ ਗੱਲ ਨਹੀਂ। ਤੇ ਇਸ ਦੇ ਨਾਲ ਹੀ ਵਚਨਬੱਧਤਾ ਵੀ ਹੈ, ਵਚਨਬੱਧਤਾ ਵੀ ਆ ਉਹ ਬੰਦੇ ਨੂੰ ਕਿਵੇਂ ਇੱਕ ਪਾਵਰਫੁਲ ਬੰਦੇ ਨੂੰ। ਹੁਣ ਸਵੀਟੀ ਤਾਂ ਨਹੀਂ ਆ ਉਸ ਉੱਥੇ, ਪਰ ਉਹੀ ਬੰਦਾ ਜਿਹੜਾ ਗੁੱਡੂ ਹੈ, ਠੀਕ ਹੈ, ਉਹ ਮਰਨ ਤੋਂ ਬਾਅਦ ਵੀ ਬੇਸਿਕਲੀ ਤਾਂ ਸਵੀਟੀ ਨਾਲ ਹੀ ਜੁੜਿਆ ਹੋਇਆ ਨਾ। ਤੇ ਇੱਕ ਅਕਸਰ ਹੀ ਮੂਵੀਜ਼ ਜਾਂ ਸੀਰੀਜ਼ 'ਚ ਕਿਹਾ ਜਾਂਦਾ ਹੈ ਕਿ ਬੜੇ ਵਧੀਆ ਢੰਗ ਨਾਲ ਆਪਾਂ ਫੋਰਨ ਕੰਟਰੀਜ਼ ਨੂੰ ਦੇਖਦੇ ਹਾਂ। ਮੇਰਾ ਫੇਵਰੇਟ ਡਾਇਲੌਗ ਮਿਰਜ਼ਾਪੁਰ 'ਚੋਂ ਸੀਗਾ ਕਿ ਇਤਨੇ ਹਥਿਆਰ ਵੇਚेंगे मिर्जापुर को अमेरिका बना देंगे। बिल्कुल मेरी तो रूह खुश हो गई ये डायलॉग सुन के, क्योंकि यही रियलिटी है, गन वायलेंस ਦੀ ਰਿਐਲਿਟੀ ਉਸ ਗੱਲ ਨੂੰ ਬਹੁਤ ਹੀ ਅੱਛੇ ਤਰੀਕੇ ਨਾਲ ਉਹਨਾਂ ਨੇ ਉਹ ਕੀਤਾ ਕਿ ਅਸੀਂ ਡਰਾਉਣ ਵਾਲਿਆਂ ਨੂੰ ਵੀ ਦੇਵਾਂਗੇ ਤੇ ਅੱਗਿਓਂ ਮਤਲਬ ਜਿਹੜਾ ਬਚਾਓ ਲਈ ਹੋਗਾ, ਡਿਫੈਂਸ ਲਈ ਵੀ, ਕਿਉਂਕਿ ਅਮਰੀਕਾ 'ਚ ਹਰ ਇੱਕ ਲਈ ਗਨ ਲੀਗਲ ਨਹੀਂ ਗੀਆਂ ਹਨਾ ਉੱਥੇ ਇੱਕ ਸਟੇਟਸ ਦੇ ਵਿੱਚ, ਐਂਡ ਯੂ ਕੈਨ ਸ਼ੂਟ ਕੋਈ ਵੀ ਆ ਜਾਏ। ਤੇ ਉਹ ਕਹਿੰਦਾ ਕਿ ਬਚਾਉਣ ਵਾਲੇ ਵੀ, ਤੇ ਉਹ ਚੀਜ਼ ਨੂੰ ਕਿਵੇਂ ਰਿਲੇਟ ਕਰਕੇ ਆਮ ਆਡੀਅנס ਨੂੰ ਇਹ ਗੱਲ ਬਹੁਤ ਅੱਛੇ ਤਰੀਕੇ ਨਾਲ ਸਮਝਾਈ ਜਾਂਦੀ ਹੈ। ਬਹੁਤ ਅੱਛਾ ਡਾਇਲੌਗ ਸੀਗਾ ਇਹ। ਇੱਕੋ ਜਿਹੜਾ ਯਾਦਵ ਵਾਲਾ ਉਹ ਸੀ ਮੁੰਡਾ ਕੀ ਜਿਹਦਾ ਪਿਓ ਤਾਂ ਅੱਗ ਲਾ ਕੇ ਬੰਦੇ ਨੂੰ ਸਾੜਦਾ ਹੈ ਗੱਦੀ ਪਿੱਛੇ, ਸ਼ਰਦ ਰਤੀ ਸ਼ੰਕਰ, ਹਾਂ ਰਤੀ ਸ਼ੰਕਰ ਦਾ ਸ਼ਰਦ, ਉਹ ਲੜਕਾ ਮਤਲਬ ਇੰਨਾ ਗਿਆਨਵਾਨ ਆ, ਉਹ ਬਾਪ ਨੂੰ ਇੱਕ ਚੀਜ਼ ਦੇ ਨਾਲ ਹੀ ਉਹ ਐਡੇ ਕਮਾਲ ਰੂਪ ਚ ਕਹਿੰਦਾ ਵੀ ਜਦੋਂ ਬੰਦੇ ਨੂੰ ਸਾੜਦਾ ਵੀ ਇਹ ਤੋਂ ਬਿਨਾਂ ਵੀ ਤਾਂ ਸੜ ਸਕਦਾ, ਗੋਲੀ ਮਾਰ ਕੇ ਵੀ ਤਾਂ ਤੂੰ ਇੰਨੇ ਕਰੂਅਲ ਤਰੀਕੇ ਨਾਲ ਬੰਦਾ ਮਾਰਦਾ ਹੈ, ਤੂੰ ਆਰਾਮ ਨਾਲ ਹੀ ਮਾਰ ਦਿੰਦਾ। ਬੰਦਾ ਮਾਰਨਾ ਹੀ ਗਲਤ ਹੈ ਵੈਸੇ ਤਾਂ, ਪਰ ਟੌਰਚਰ ਕਰਕੇ, ਆਨੰਦ ਲੈ ਕੇ, ਜਿਹੜੀ ਹੇਟ ਕਰਕੇ ਬੰਦੇ ਨੂੰ ਮਾਰਨਾ ਤੇ ਇਤਫਾਕ ਨਾਲ ਤੁਹਾਡੇ ਤੋਂ ਬੰਦਾ ਮਾਰਨਾ, ਦੋਨਾਂ ਚੀਜ਼ਾਂ ਸਾਨੂੰ ਫਰਕ ਕਰਨਾ ਪਊਗਾ। ਮਤਲਬ ਗੱਲਾਂ ਉਹੀ ਕਰਦਾ ਕਿਉਂਕਿ ਉਹਨੂੰ ਬਚਪਨ ਤੋਂ ਟ੍ਰੇਨਿੰਗ ਉਹੀ ਮਿਲੀ ਹੈ ਤੇ ਉਹਦੀ ਵਿਰਾਸਤ ਉਹੀ ਹੈ, ਉਹਨੇ ਉਹੀ ਅੱਗੇ ਤੋਰਨੀ ਹੈ। ਪਰ ਉਹ ਕਹਿੰਦਾ ਵੀ ਧੰਦਾ ਤਾਂ ਮੈਂ ਇਹੀ ਕਰੂੰਗਾ, ਪਰ ਉਹ ਇੰਨੀ ਸਿਆਣਪ ਨਾਲ ਕਰਦਾ ਹੈਗਾ, ਆਪਣੀ ਅਕਲ ਨਾਲ, ਦਿਮਾਗ ਨਾਲ ਚਲਾਉਂਦਾ, ਉਹ ਕਈ ਗੱਲ ਬ੍ਰੇਨ ਨਾਲ ਕਾਬੂ ਕਰਦਾ। ਸੋ ਮਨੁੱਖ ਬ੍ਰੇਨ ਨਾਲ ਇਹ ਚੀਜ਼ਾਂ ਨੂੰ ਕਾਬੂ ਕਰੇ ਜਾਂ ਹਥਿਆਰਾਂ ਨਾਲ ਕਰੇ। ਇੱਥੇ ਮੈਂ ਤੁਹਾਡੀ ਗੱਲ ਨੂੰ ਕਰਨਾ ਚਾਹੂੰਗੀ ਕਿ ਉਹ ਇਹ ਧੰਦਾ ਕਰਨਾ ਨਹੀਂ ਚਾਹੁੰਦਾ ਹੁੰਦਾ। ਉਹ ਕਹਿੰਦਾ ਕਿ ਮੈਂ ਅੱਗੇ ਐਮਟੈਕ ਕਰੂੰਗਾ, ਅੱਗੇ ਕੁਝ ਕਰੂੰਗਾ, ਪਰ ਮਜਬੂਰੀ, ਉਹੀ ਗੱਲ ਮਜਬੂਰੀ ਆ ਜਾਂਦੀ ਹੈ। ਜਦੋਂ ਉਸਦੇ ਪਿਓ ਨੂੰ ਉਹ ਮਾਰ ਦਿੰਦੇ ਨੇ, ਉਸ ਤੋਂ ਬਾਅਦ ਹਾਂ ਰਿਵੈਂਜ ਆਪਾਂ ਨੂੰ ਇਸ 'ਚ ਬਹੁਤ ਵਾਰੀ ਦਿਖਾਇਆ ਕਿ ਇੱਕ ਰਿਵੈਂਜ ਉਸਦਾ ਵੀ ਹੈਗਾ, ਸ਼ੁਕਲੇ ਦਾ ਵੀ ਹੈ, ਰਿਵੈਂਜ ਦਾ ਗੁੱਡੂ ਦਾ ਵੀ ਹੈ, ਸਾਰੇ ਇਹਨਾਂ ਸਭ ਦਾ ਵੀ ਰਿਵੈਂਜ ਹੈ। ਰਿਵੈਂਜ ਇੱਕ ਵਨ ਆਫ ਦਾ ਮੇਜਰ ਡਰਾਈਵਿੰਗ ਫੋਰਸ ਹੈ। ਪਲੱਸ ਇਸ 'ਚ ਇੱਕ ਚੀਜ਼ ਹੋਰ ਐਡ ਕਰ ਦਵਾਂ ਜੇ ਮੈਂ ਨਾ, ਮੈਨੂੰ ਜੋ ਦਿਮਾਗ 'ਚ ਮੇਰੇ ਆ ਰਹੀ ਹੈ, ਇੱਕ ਤਾਂ ਆਪਾਂ ਆਲਰੇਡੀ ਗੱਲ ਕਰ ਚੁੱਕੇ ਹਾਂ ਕਿ ਆਪਸ਼ਨ ਹੈ ਨਾ, ਦੂਸਰਾ ਜੋ ਫੈਕਟਰ ਹੈ ਉਹ ਹੈਗਾ ਮੇਜਰ এনवायरमेंट। ਜੋ ਦੋ ਮੇਨ ਫੈਕਟਰ ਨੇ ਉਹਨਾਂ ਨੇ ਦੋਨੋਂ ਬਿਊਟੀਫੁਲੀ ਡਿਸਕ੍ਰਾਈਬ ਕੀਤੇ ਨੇ। এনवायरमेंट ਕਿਸ ਤਰ੍ਹਾਂ ਦੇ ਉਹ ਮਾਹੌਲ 'ਚ ਪਲੇ ਨੇ। ਲਾਈਏ ਆਪਾਂ ਮੁੰਨਾ ਦੇ ਘਰੇ ਉਸਨੇ ਆਪਣੇ ਬਾਪ ਦਾਦੇ ਨੂੰ ਕੀ ਕਰਦੇ ਦੇਖਿਆ? ਗੁੰਡਾਗਰਦੀ ਹੈ ਨਾ, ਕੱਟੇ ਬਣਾਉਂਦੇ, ਕੱਟੇ ਵੇਚਦੇ, ਇਹ ਸਭ ਕਰਦੇ ਦੇਖਿਆ, ਮਾਰਦੇ ਮਰਾਉਂਦੇ ਦੇਖਿਆ। ਤਾਂ ਉਹ ਉਹੀ ਬਣਨਾ ਚਾਹ ਰਿਹਾ ਹੈ ਕਿ ਹਾਂ ਮੈਂ ਵੀ ਅਗਲਾ ਕਿੰਗ ਆਫ ਮਿਰਜ਼ਾਪੁਰ ਬਣਾ। ਉਸੇ ਤਰ੍ਹਾਂ ਹੁਣ ਚਲੋ ਸ਼ਰਦ ਹੈ, ਸ਼ਰਦ ਦੀ ਜਦੋਂ ਵੀ ਮੰਮੀ ਨੂੰ ਦਿਖਾਇਆ ਜਾ ਰਿਹਾ ਹੈ ਤਾਂ ਕਿਵੇਂ ਦਿਖਾਇਆ ਗਿਆ ਹੈ ਕਿ ਸ਼ਤਰੰਜ ਖੇਡਦੀ ਹੈ, ਦਿਮਾਗ ਵਰਤਣ ਵਾਲੀ ਔਰਤ ਹੈ, ਠੀਕ ਹੈ, ਜੋ ਨੀਤੀਆਂ ਦੇ ਵਿੱਚ ਬਿਲੀਵ ਕਰਦੀ ਹੈ, ਨਾ ਕਿ ਸਾਈਕੋਪੈਥੀ 'ਚ ਕਿ ਹਾਂ ਇੰਜੋਇਮੈਂਟ ਦੇ ਨਾਲ ਕਿਲਿੰਗ ਕਰੀ ਜਾਵੇ ਜਾਂ ਕਿਸੇ ਚੀਜ਼ ਦੇ ਨਾਲ, ਹੈ ਨਾ। ਉਹ ਹੁਣ ਸ਼ਰਦ ਹੈ ਜੋ ਉਸਦੇ ਕੋਲੇ ਮਾਂ ਵੀ ਸੀ ਤੇ ਪਿਓ ਵੀ ਸੀ, ਠੀਕ ਹੈ, ਇੱਕ ਕਰੂਅਲ ਬੰਦਾ ਵੀ ਹੈ ਤੇ ਇੱਕ ਕਾਮ ਬੰਦਾ ਵੀ ਹੈ, ਦਿਮਾਗੀ ਬੰਦਾ ਵੀ ਹੈ। ਤਾਂ ਉਹ ਥੋੜਾ ਉਸ ਚੋਂ ਨਿਕਲਣ ਦੀ ਸ਼ਮਤਾ ਰੱਖ ਗਿਆ, ਉਹ ਐਮਟੈਕ ਵੱਲ ਨੂੰ ਜਾਣ ਦਾ ਰੱਖ ਗਿਆ ਕਿ ਠੀਕ ਹੈ। ਬਟ ਜਦੋਂ ਮਾਂ ਜਦੋਂ ਪਿਓ ਉਸਦਾ ਮਾਰਿਆ ਜਾਂਦਾ ਆ ਤਾਂ ਹਾਲਾਤ এনवायरमेंट ਕਿਵੇਂ ਦਾ ਹੁੰਦਾ ਹੈ ਕਿ ਹਾਂ ਜੋ ਕਹਿੰਦੇ ਨੇ ਕਿ ਇੱਕ
ਜੌਨਪੁਰ ਦਾ ਕਿੰਗ ਤਾਂ ਮਾਰਿਆ ਗਿਆ, ਤਾਂ ਉਸ ਤੇ ਪ੍ਰੈਸ਼ਰ ਜੋ ਬਣਿਆ ਕਿ ਹੁਣ ਉਸ ਦਾ ਪੁੱਤ ਕੀ ਕਰੂਗਾ। ਇੱਕ ਜੋ ਬਾਹੂਬਲੀ ਮਰ ਗਿਆ, ਹੁਣ ਬਾਹੂਬਲੀ ਦਾ ਮੁੰਡਾ ਐਂ ਤਾਂ ਹੋ ਨਹੀਂ ਸਕਦਾ ਕਿ ਉਹ ਹਨਾ ਇੱਕ ਫੁੱਸ ਜਿਹਾ ਨਿਕਲ ਜਾਵੇ, ਤਾਂ ਉਸ ਤੇ ਪ੍ਰੈਸ਼ਰ ਬਣਿਆ ਕਿ ਉਸਨੂੰ ਬਣਨਾ ਪਿਆ। ਤਾਂ ਇੱਕ ਤਾਂ ਹੋ ਗਿਆ ਕਿ ਬਾਈ ਆਪਸ਼ਨ ਕਿ ਠੀਕ ਹੈ, ਜਾਂ ਕਹਿ ਲਈਏ ਦੂਸਰਾ ਹੋ ਗਿਆ এনवायरमेंट, ਜਿਹਨੂੰ ਕਹਿੰਦਾ ਹੀ ਹੈਡ ਟੂ ਫਿਲ ਹਿਸ ਫਾਦਰਸ ਸ਼ੂਜ਼। ਇੱਕ ਨਾ ਇਸ ਸੀਰੀਜ਼ ਵਿੱਚ ਹੋਰ ਗੱਲਾਂ ਬੜੀ ਉਹ ਦੱਸੀਆਂ, ਇਸ 'ਚ ਨਾ ਇੱਕ ਮਤਲਬ ਹਰ ਇੱਕ ਇਮੋਸ਼ਨ ਜਾਂ ਐਵੇਂ ਦੀਆਂ ਚੀਜ਼ਾਂ ਦਿਖਾਈ ਗਈਆਂ ਨੇਗੀਆਂ। ਇਸ 'ਚ ਇੱਕ ਲਾਇਲਟੀ ਬਹੁਤ ਅੱਛੇ ਤਰੀਕੇ ਨਾਲ ਦਰਸਾਈ ਗਈ ਹੈ, ਦਿਖਾਈ ਗਈ ਹੈ ਕਿ ਉਸ ਵਿੱਚ ਜਿਹੜਾ ਉਸਦਾ ਰਾਈਟ ਹੈਂਡ ਆਪਾਂ ਕਹਿ ਸਕਦੇ ਆਂਗੇ ਅਖੰਡਾ ਨਾਥ ਦਾ ਮਕਬੂਲ ਕਿਵੇਂ ਜਦੋਂ ਗੁੱਡੂ ਤੇ ਬਬਲੂ ਕੰਮ ਕਰਨਾ ਸਟਾਰਟ ਕਰਦੇ ਆ, ਆਪਣੇ ਭਾਣਜੇ ਨੂੰ ਕੀ ਕਹਿੰਦੇ ਆ ਉਹਨਾਂ ਦੇ ਨਾਲ ਲਗਾ ਦੇ ਦਿੰਦਾ। ਉਹਦੇ ਵਿੱਚ ਇੱਕ ਕਲੈਸ਼ ਬਾਅਦ ਚੋਂ ਦਿਖਾਇਆ ਗਿਆ ਐਂਡ ਦੇ ਵਿੱਚ, ਕਿਵੇਂ ਮਕਬੂਲ ਨਾ ਤਾਂ ਹੁਣ ਉਸਨੂੰ ਮਾਰ ਸਕਦਾ, ਉਹਦੀ ਲਾਇਲਟੀ ਉਧਰ ਵੱਲ ਦੂਸਰੀ ਤ੍ਰਿਪਾਠੀਆਂ ਵੱਲ ਹੈ, ਤੇ ਉਹਦੇ ਭਾਣਜੇ ਦੀ ਪੰਡਤਾਂ ਵੱਲ, ਗੁੱਡੂ ਪੰਡਤ, ਹਾਂ ਉਧਰ ਪੰਡਤਾਂ ਵੱਲ ਹੈ। ਤੇ ਕਿਵੇਂ ਉਹ ਲਾਇਲਟੀ ਬਹੁਤ ਅੱਛੇ ਤਰੀਕੇ ਨਾਲ ਉਹ ਦਿਖਾਇਆ ਗਿਆ, ਤੇ ਕਿਵੇਂ ਇਹ ਲਾਇਲਟੀ ਵੀ ਬਾਅਦ ਚੋਂ ਮਕਬੂਲ ਨੂੰ ਜੋ ਕਿ ਉਹਨਾਂ ਦਾ ਇੱਕ ਮਤਲਬ ਕੋਈ ਵੀ ਗੱਲ ਬਿਲਕੁਲ ਵੀ ਉਹ ਨਹੀਂ ਕਰਦਾ, ਹਰ ਵਕਤ ਉਹਨਾਂ ਦੇ ਆਰਡਰ ਤੇ ਚੱਲਦਾ। ਕਿਵੇਂ ਉਹਨੂੰ ਪਤਾ ਮੈਂ ਕਿਹਨੂੰ ਮਾਰਨ ਜਾਣਾ, ਕਿਵੇਂ ਉਹ ਰਿਵੈਂਜ ਲੈਣਾ। ਉਹਨੇ ਮੇਰੀ ਮਾਂ ਨੂੰ ਮਾਰਿਆ ਵੀ ਠੀਕ ਹੈ, ਜਦੋਂ ਮੇਰੇ ਸਿਰ ਤੇ ਕੋਈ ਹੱਥ ਨਹੀਂ ਰਿਹਾ, ਤੇ ਉਵੇਂ ਦੀ ਉਹੇ ਜਿਹਾ ਹੀ ਦੁੱਖ ਮੈਂ ਕੀ ਕਹਿੰਦੇ ਅਖੰਡਾ ਨਾਥ ਨੂੰ ਦੇਣਾ, ਸੇਮ ਰਿਵੈਂਜ ਇਕੁਅਲ ਕਰਨਾ। ਇਹ ਪੁਆਇੰਟ ਬਹੁਤ ਵਧੀਆ ਹੈ, ਮੈਨੂੰ ਵੀ ਹੈ ਨਾ ਵੈਗਨਮੈਂਟ ਮੈਂ ਬਿਲਕੁਲ ਐਗਰੀ ਕਰਦਾ ਹਾਂ, ਤੇ ਤੁਸੀਂ ਵੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਦੱਸਿਓ ਕਿ ਇਹ ਜੋ ਲਾਇਲਟੀ ਹੈ, ਲਾਇਲਟੀ ਇਸ ਤਰ੍ਹਾਂ ਦੀ ਕੀ ਹੋਣੀ ਚਾਹੀਦੀ ਹੈ, ਜਾਂ ਇੱਕ ਆਪਾਂ ਕਹਿ ਲਈਏ ਨਾ ਇਹ ਤਾਂ ਹੈ ਨਹੀਂ ਕੋਈ ਕਿ ਡਿਵੈਲਪ ਕਰਾਈ ਗਈ ਹੈ ਓਵਰ ਦੀ ਟਾਈਮ। ਉਹ ਬੰਦੇ ਨੂੰ ਜੋ ਮਕਬੂਲ ਦਾ ਜੋ ਕਰੈਕਟਰ ਦੇਖਦੇ ਆ ਤਾਂ ਕੀ ਹੈ, ਬਿਲਕੁਲ ਕੁਝ ਵੀ ਨਹੀਂ ਹੈ, ਬਸ ਜੋ ਕਹਿ ਰਹੇ ਨੇ ਉਹ ਖਾਲੀ ਤਾਂ ਇਹਨੂੰ ਮਾਰ ਦੋ ਤਾਂ ਉਹ ਜਾ ਕੇ ਉਸਨੂੰ ਮਾਰ ਦਿੰਦਾ, ਕੁਝ ਨਹੀਂ ਸੋਚ ਰਿਹਾ, ਨੋ ਥਿੰਕਿੰਗ ਲਾਇਲਟੀ। ਨਹੀਂ ਤੇ ਕਦੇ ਤਾਂ ਰਤੀ ਸ਼ੰਕਰ ਵੀ ਲਾਇਲ ਸੀ, ਕਦੇ ਰਤੀ ਸ਼ੰਕਰ ਵੀ ਲਾਇਲ ਸੀ, ਪਰ ਰਤੀ ਸ਼ੰਕਰ ਆਪਣਾ ਵੀ ਸੋਚਦਾ ਸੀ ਥੋੜਾ, ਉਹ ਆਪਣੇ ਉੱਪਰ ਮਕਬੂਲ ਜਾਂ ਉਸਦਾ ਭਾਂਜਾ ਆਖੇ ਨਿਕਲਦਾ ਕਿ ਲਾਇਲਟੀ ਐ ਕੋਈ ਚੀਜ਼ ਨਹੀਂ ਹੁੰਦੀ, ਪ੍ਰਸਥਿਤੀਆਂ ਅਨੁਸਾਰ ਬਦਲ ਜਾਂਦੀ ਹੈ। ਤੇ ਕੀ ਇਹ ਸਹੀ ਹੈ ਜਾਂ ਨਹੀਂ, ਇਹ ਸਾਨੂੰ ਜ਼ਰੂਰ ਦੱਸਣਾ। ਤੇ ਉਹਦੀ ਲਾਇਲਟੀ ਵੀ ਐਵੇਂ ਦਿਖਾਇਆ ਨਾ ਕਿ ਉਹ ਕਹਿੰਦਾ ਉਹਨੇ ਉਹਦੀ ਮਾਂ ਬਚਾਈ ਸੀਗੀ, ਜਿਹੜੀ ਉਹ ਸਾਰੇ ਉਸ ਵਿੱਚ ਬਿਮਾਰ ਬੈੱਡ ਤੇ ਪਈ ਮਾਂ ਦਿਖਾਉਂਦੇ ਆ ਸਟਾਰਟਿੰਗ ਦੇ ਸੀਨਾਂ 'ਚ, ਉਹਨੇ ਹੱਥ ਮਾਰ ਕੇ ਬਚਾਈ ਸੀਗੀ ਜਦੋਂ ਉਹਨੂੰ ਗੋਲੀ ਮਾਰਨ ਆ ਰਿਹਾ ਸੀ ਰਤੀ ਸ਼ੰਕਰ। ਤੇ ਜਦੋਂ ਉਹਦੀ ਮਾਂ ਹੀ ਮਾਰਤੀ, ਜਿਸ ਚੀਜ਼ ਲਈ ਉਹ ਸਾਰੀ ਉਮਰ ਲਈ ਤੁਹਾਡੇ ਲਈ ਲਾਇਲ ਰਿਹਾ, ਫਿਰ ਉਹਦੀ ਲਾਇਲਟੀ ਰਹੀ ਕਿਉਂ ਤੁਹਾਡੇ ਲਈ? ਇਹ ਵੀ ਇੱਕ ਚੀਜ਼ ਹੈ। ਇੱਕ ਇਹਦੀ ਹੋਰ ਵੀ ਬਹੁਤ ਵਧੀਆ ਜਿਹੜੀ ਹੈ ਕਿ ਸਾਡੀ ਸੁਸਾਇਟੀ ਦੇ ਵਿੱਚ ਵੈਸੇ ਤਾਂ ਇਹ ਗੱਲ ਪਈ ਆ, ਉਹਦੇ ਵਿੱਚ ਸਮਝਿਆ ਜਾਂਦਾ ਕਿ ਜਿਹੜੀ ਸ਼ਕਤੀ ਹੈ ਨਾ ਸਾਰੀ, ਇਹ ਮਰਦ ਦੇ ਹੱਥਾਂ, ਡਿਸਾਈਡਿੰਗ ਪਾਵਰ, ਕਿਉਂਕਿ ਮਰਦ ਹੈ। ਸੀਰੀਅਲ ਦੇ ਵਿੱਚ ਇਸ ਨੂੰ ਬਹੁਤ ਕਮਾਲ ਦੇ ਤਰੀਕੇ ਦੇ ਨਾਲ ਉਹਨਾਂ ਨੇ ਡੀਲ ਕੀਤਾ ਹੈਗਾ। ਜਦੋਂ ਉਹ ਕਹਿੰਦੇ ਆ ਕਿ ਜਦੋਂ ਦੋ ਮਰਦ ਗੱਲ ਕਰਦੇ ਹੋਣ ਉਦੋਂ ਔਰਤ ਵਿੱਚ ਗੱਲ ਨਹੀਂ ਕਰਦੀ, ਇਸੇ ਤਰ੍ਹਾਂ ਡੀਲ ਕੀਤਾ। ਪਰ ਹੈਰਾਨੀ ਵਾਲੀ ਗੱਲ ਹੈ ਕਿ ਮਰਦ ਭਾਵੇਂ ਅੱਧਾ ਅਧੂਰਾ ਹੋਵੇ, ਉਹ ਵੀ ਡਿਸਾਈਡਿੰਗ ਪਾਵਰ ਆ। ਦੂਜੇ ਪਾਸੇ ਔਰਤ ਕਿੱਡੀ ਮਰਜ਼ੀ ਸਿਆਣੀ ਹੋਵੇ, ਉਹ ਅੱਧੇ ਆਦਮੀ ਦੇ ਰਾਹੀਂ ਜਿਹੜਾ ਕਿ ਕੰਟਰੋਲ ਕਰਦਾ ਸਾਰੇ ਧੰਦੇ ਨੂੰ, ਆਪਦੇ ਪੋਤਿਆਂ ਰਾਹੀਂ, ਆਪਦੇ ਬੇਟੇ ਰਾਹੀਂ, ਉਹਦੇ ਬੇਟੇ ਦੇ ਸਾਲੇ ਰਾਹੀਂ। ਤੇ ਹੁੰਦਾ ਕੀ ਹੈ, ਜਦੋਂ ਆਪਦੇ ਬੇਟੇ ਨੂੰ ਇਉਂ ਗੱਲ ਕਰਦਾ ਤਾਂ ਉਹਦੀ ਜਿਹੜੀ ਵਾਈਫ ਹੈ, ਉਹ ਇੱਕ ਮੇਰਾ ਖਿਆਲ ਹਾਰਡਲੀ ਉਹਦੇ 2 ਡਾਇਲੋਗ ਹੈ। ਉਹਦੀ ਨੂੰਹ ਕਹਿੰਦੀ ਹੈ ਕਿ ਇਸ ਘਰ ਦੇ ਵਿੱਚ ਵੀ ਮੰਮੀ ਸਾਰੇ ਉਹਨਾਂ ਨੂੰ ਕਾਬੂ ਕਰ ਲੈਂਦੇ ਨੇ, ਵੈਸੇ ਤਾਂ ਸਾਰੇ ਮਰਦਾਂ ਦੀ ਚੱਲਦੀ ਹੈ। ਉਹ ਕਹਿੰਦੀ ਹੈ ਤੂੰ ਵੀ ਸਿੱਖ ਲੈ ਬਹੂ, ਠੀਕ ਹੈ। ਸੋ ਪਰਿਵਾਰ ਦੀ ਜਿਹੜੀ ਸ਼ਕਤੀ ਦਾ ਕੰਟਰੋਲ ਹੈ, ਔਰਤ ਕਿਵੇਂ ਆਪਦੇ ਹੱਥ ਦੇ ਵਿੱਚ ਲੈ ਸਕਦੀ ਹੈ, ਉਹਦੇ ਵਿੱਚ ਉਹਦੇ 2 ਹੀ ਡਾਇਲੋਗ ਹੈ। ਜਦੋਂ ਉਹ ਕਹਿੰਦਾ ਕਿ ਜਦ 2 ਮਰਦ ਬਾਤ ਕਰਤੇ ਹੋ ਤਾਂ बीच में नहीं बोलता, ਤਾਂ ਉਹ ਔਰਤ ਨੇ ਇੱਕ ਕਮਾਲ ਦਾ ਡਾਇਲੋਗ ਉਹਦੇ ਵਿੱਚ ਬੋਲਿਆ ਕਿ जब माँ और बेटे की, बाप और बेटा बात करते हो तो बीच में माँ आती है? मुझे लगता है कि तेरी अकल तो घुटनों में है। वो कहती घुटने भी कहाँ, आप तो आते हैं। मतलब ਇਹਦਾ ਮਤਲਬ ਜਿਹੜਾ ਅਧੂਰਾ ਮਰਦ ਹੈ ਉਹ ਵੀ ਸਾਡੇ ਤੇ ਰੋਹ ਪਾਉਣ ਨੂੰ ਹੁੰਦਾ, ਤੇ ਉਸ ਤੋਂ ਬਾਅਦ ਉਹ ਮਰਦ ਕੋਲੇ ਕੋਈ ਜਵਾਬ ਨਹੀਂ ਰਹਿੰਦਾ। ਔਰਤ ਨੇ ਆਪਣੀ ਸਿਆਣਪ ਨਾਲ, ਆਪਣੀ ਮੁਕੰਮਲਤਾ ਦੇ ਨਾਲ ਵੀ ਕਿਵੇਂ ਉਹਨੂੰ ਇਹ ਸਥਾਪਿਤ ਕਰਨੀ ਪਈ ਇਹ ਗੱਲ ਵੀ ਆਇਆ ਤੂੰ। ਪਰ ਉਹ ਇਹੀ ਗੱਲ ਹੈ ਨਾ, ਔਰਤ ਨੂੰ ਹਰ ਵਕਤ ਇਹ ਸੀਰੀਜ਼ ਚ ਵੀ ਚੰਗੀ ਤਰ੍ਹਾਂ ਦਿਖਾਇਆ ਗਿਆ ਹੈ ਕਿ ਇਨਬਿਲਟ ਨਹੀਂ ਹੈ ਇਹ ਚੀਜ਼, ਹਮੇਸ਼ਾ ਸਾਨੂੰ ਸਥਾਪਿਤ ਕਰਨੀ ਪੈਂਦੀ ਹੈ ਕਿ ਅਸੀਂ ਇਸ ਦੇ ਕਾਬਲ।
ਇਹ ਇਸੇ ਦੀ ਐਕਸਟੈਂਸ਼ਨ ਦੇ ਵਿੱਚ ਮੈਂ ਇੱਕ ਹੋਰ ਗੱਲ ਕਹਿਣਾ ਚਾਹੂੰਗੀ, ਜਦੋਂ ਮਕਬੂਲ ਤ੍ਰਿਪਾਠੀਆਂ ਦੇ ਬਾਪ ਨੂੰ ਜਦੋਂ ਉਹਨੂੰ ਮਾਰਨ ਆਉਂਦਾ ਹੈਗਾ, ਉਦੋਂ ਵੀ ਉਸ ਟਾਈਮ ਉਹ ਦੇਖੋ ਮਰਨ ਕਿਨਾਰੇ ਆ ਉਹ ਬੰਦਾ, ਇੱਥੋਂ ਤੁਹਾਨੂੰ ਉਹ ਉਸਦੀ ਬ੍ਰਿਤੀ ਦਾ ਪਤਾ ਲੱਗਦਾ ਹੈ ਬਿੱਤਰ ਕੀ ਉਸ ਵਿੱਚ ਮੈਂ ਦੱਸ ਰਹੀ ਹਾਂ ਸਮਾਜ ਦੇ ਵਿੱਚ, ਕਿ ਉਹ ਕਹਿੰਦਾ ਮਰ ਰਿਹਾ ਹੈ ਬੰਦੇ ਤੋਂ, ਉਹ ਕਹਿੰਦਾ ਵੀ ਤੂੰ ਇੱਥੇ ਕਿਉਂ ਆਈ ਹੈ, ਤੂੰ ਪਹਿਲਾਂ ਜਾ ਮਰ, ਵੀ ਤੈਨੂੰ ਕੀ ਉਹਨੂੰ ਭੇਜਣ ਦੀ ਉਹ ਕਰਦਾ। ਫਿਰ ਉਹ ਕਹਿੰਦੀ ਹੈ ਮਕਬੂਲ ਤੁਮ ਨਹੀਂ ਮੈਂ ਮਾਰੂੰਗੀ ਉਸੇ, ਹੈ ਉਹ ਬਹੁਤ ਹੀ ਜ਼ਿਆਦਾ ਜਿਹੜਾ ਬਿਲਡਅਪ ਹੈ ਨਾ ਉੱਥੇ, ਬਹੁਤ ਇਸ ਚੀਜ਼ ਨੂੰ ਲੈ ਕੇ ਹਾਂ। ਤੇ ਫਿਰ ਉਹ ਕਹਿੰਦਾ ਨਹੀਂ ਮਕਬੂਲ ਤੁਮ ਮਾਰੋ ਮੁਝੇ, ਵੀ ਮਰਨ ਲੱਗੇ ਵੀ ਉਹ ਹਾਂ ਔਰਤ ਨਹੀਂ ਮਰਨਾ ਚਾਹੁੰਦਾ। ਤਾਂ ਜਦੋਂ ਉਹਨੂੰ ਮਾਰਦੀ ਹੈ ਨਾ ਤੇ ਉਹ ਕੰਮ ਵਾਲੀ ਵੀ ਆਉਂਦੀ ਆ, ਉਹਦਾ ਇੱਕ ਕਰੈਕਟਰ ਦਾ ਉੱਥੇ ਆਉਣਾ, ਉਹ ਪਾਵਰ ਪੀਕ ਤੇ ਲੈ ਜਾਂਦਾ ਤੇ ਉਹ ਔਰਤ ਉਹਨੂੰ ਸਥਾਪਿਤ ਕਰਨਾ ਕਿ ਔਰਤ ਇਉਂ ਕਰ ਸਕਦੀ ਹੈ। ਤੇ ਉਹ ਜਿਹੜੀ ਮੌਤ ਉਹ ਮਾਰਿਆ ਜਾਂਦਾ ਹੈ, ਤਾਂ ਉਹ ਮਤਲਬ ਹਰ ਮੈਨੂੰ ਲੱਗਦਾ ਔਰਤ ਵਿਊਅਰ ਨੂੰ ਉਸ ਪੁਆਇੰਟ ਤੇ ਬਹੁਤ ਜਸਟੀਫਾਈਡ ਮਤਲਬ ਮੌਤ ਬਹੁਤ ਜਸਟੀਫਾਈਡ ਮੌਤ ਆਦੀ ਹੈ ਤੇ ਸਕੂਨ ਮਿਲਦਾ ਉਸ ਮੌਤ ਨਾਲ। ਤੇ ਬਸ ਇਸ ਦੇ ਨਾਲ ਹੀ ਇੱਕ ਪੁਆਇੰਟ ਮੈਂ ਹੋਰ ਐਡ ਕਰਨਾ ਚਾਹੁੰਦਾ ਹਾਂ ਨਾ, ਕਿ ਜੋ ਅੱਜ ਕੱਲ ਟਰੂ ਸੈਂਸ ਆਫ ਫੈਮਿਨਿਜ਼ਮ ਹੈ ਨਾ, ਉਸ ਨੂੰ ਸਮਝਣਾ ਬਹੁਤ ਜ਼ਰੂਰੀ ਹੈ ਕਿ ਉਹ ਕੀ ਹੈ, ਠੀਕ ਹੈ, ਕਿਸ ਤਰ੍ਹਾਂ ਨਾਲ ਉਸ ਨੂੰ ਆਪਾਂ ਅਡਾਪਟ ਕਰੀਏ, ਠੀਕ ਹੈ, ਤੇ ਕਿਸ ਤਰ੍ਹਾਂ ਦੇ ਨਾਲ ਹਰ ਕਿਸੇ ਨੂੰ ਇਕੁਐਲਿਟੀ ਤੇ ਰੱਖਣਾ ਸ਼ੁਰੂ ਕਰੀਏ। ਤੁਸੀਂ ਆਪਣੇ ਤੋਂ ਕਿਸੇ ਨੂੰ ਨੀਚਾ ਸਮਝਦੇ ਹੋ, ਮੇਰਾ ਜੋ ਪਰਸਨਲ ਬਲੀਵ ਆ ਉਹ ਇਹ ਹੈ ਕਿ ਕਿਸੇ ਨੂੰ ਨੀਚਾ ਸਮਝਦੇ ਹੋ ਤਾਂ ਮਤਲਬ ਤੁਸੀਂ ਖੁਦ ਇੱਕ ਸ਼ੈਲੋ ਬੰਦੇ ਹੋ, ਤੁਹਾਡੀ ਸਮਝ ਉਸ ਨਾਲੋਂ ਬਹੁਤ ਨੀਵੀਂ ਹੈ। ਬਸ ਇਸ ਦੇ ਨਾਲ ਹੀ ਹੁਣ ਤੁਸੀਂ ਆਪਣਾ ਪੁਆਇੰਟ ਲਾਸਟ ਦੇ ਵਿੱਚ ਮੈਂ ਨਾ ਇੱਕ ਗੱਲ ਕਰਨਾ ਚਾਹੁੰਦੀ ਹਾਂ ਕਿ ਆਪਣੇ ਆਪ ਦੇ ਵਿੱਚ ਇਹ ਜਿਹੜੀ ਸੀਰੀਅਲ ਹੈ ਬਹੁਤ ਵਧੀਆ ਹੈ, ਪਰ ਜਿੰਨੀ ਕਲਾ ਪੱਖੋਂ ਇਹ ਕਮਾਲ ਸੀਰੀ ਹੈ, ਠੀਕ ਹੈ, ਜੇ ਇਸ ਦੇ ਵਿੱਚੋਂ ਜਿਹੜੀਆਂ ਗਾਲੀ ਗਲੋਚ ਨੇ, ਮੈਨੂੰ ਉਹ ਤੋਂ ਬਹੁਤ ਗਲਾਜ਼ਤ ਆਉਂਦੀ ਹੈ, ਤੁਸੀਂ ਜੋ ਮਰਜ਼ੀ ਕਹੋ, ਮੈਨੂੰ ਇੰਨੀ ਗਲਾਜ਼ਤ ਆਉਂਦੀ ਹੈ ਨਾ ਉਹਨਾਂ ਗਾਲਾਂ ਦੇ ਵਿੱਚੋਂ, ਮੇਰਾ ਬੱਸ ਚੱਲੇ ਤਾਂ ਉਹ ਕੱਢਦਾ। ਇਹ ਵੀ ਅਸਲ ਦੇ ਵਿੱਚ ਇੱਕ ਡਾਇਰੈਕਟਰ ਦੀ, ਇੱਕ ਲੇਖਕ ਦੀ, ਇੱਕ ਪਟ ਕਥਾ ਲਿਖਣ ਵਾਲੇ ਸਕਰੀਨ ਪਲੇ ਰਾਈਟਰ ਦੀ, ਇਹ ਵੀ ਆਪਾਂ ਕਹਿ ਲਈਏ ਕਿ ਇੱਕ ਉਹਦਾ ਵਿਜ਼ਨ ਹੈ। ਜਦੋਂ ਅਸੀਂ ਇਹ ਚੀਜ਼ਾਂ ਪੇਸ਼ ਕਰਦੇ ਹਾਂ, ਇਹਨਾਂ ਤੋਂ ਬਚਿਆ ਜਾ ਸਕਦਾ ਇਹ ਜਦੋਂ ਅਸੀਂ ਇਹਨੂੰ ਗਲੈਮਰਾਈਜ਼ ਕਰਦੇ ਹਾਂ। ਇਹ ਨਿੰਦਨੀ ਹੈ, ਮੇਰੀ ਨਜ਼ਰ 'ਚ ਤਾਂ ਇਹ ਨਿੰਦਨੀ ਰਹੂਗਾ ਜੇ ਇਸ ਦੇ ਵਿੱਚੋਂ ਗਾਲਾਂ ਕੱਢ ਦਿੱਤੀਆਂ ਜਾਣ ਜਿਹੜੀਆਂ ਕਿ ਆਰਾਮ ਨਾਲ ਅਵੈਡ ਹੋ, ਤੇ ਇੱਕ ਉਸ ਦੇ ਵਿੱਚੋਂ ਜਿਹੜੇ ਜਾਣ ਬੁੱਝ ਕੇ ਜਿਹੜੇ ਉਹ ਆਪਾਂ ਅਸ਼ਲੀਲ ਦੀ ਬਜਾਏ ਨਾ ਨੰਗੇ ਸੀਨ ਜਿਹੜੇ ਜਾਣ ਬੁੱਝ ਕੇ ਉਹਨਾਂ ਨੇ ਉਹ ਕੀਤਾ, ਉਹ ਦਰਸ਼ਕਾਂ ਨੂੰ ਕਹਿ ਰਹੇ ਨੇ ਕਿ ਦਰਵਾਜ਼ਾ ਬੰਦ ਕਰ ਦੇ, ਜਦੋਂ ਕਿ ਦਰਵਾਜ਼ਾ ਬੰਦ ਕਰਕੇ ਜਿਹੜੇ ਸੀਨ ਤਾਂ ਸਾਰੇ ਪਬਲਿਕ ਉਹ ਕੀਤੇ ਜਾ ਰਹੇ ਹੈ ਨਾ, ਠੀਕ ਹੈ, ਉਹ ਚੀਜ਼ਾਂ ਜੇ ਬਿਨਾਂ ਉਸ ਤੋਂ ਵੀ ਪਤਾ ਲੱਗ ਜਾਂਦਾ ਹੈ ਕਿ ਬੰਦਾ ਸ਼ੋਸ਼ਣ ਕਰ ਰਿਹਾ ਹੈ, ਤੁਸੀਂ ਜਦੋਂ ਜਾਣ ਬੁੱਝ ਕੇ ਉਹਨਾਂ ਚੀਜ਼ਾਂ ਨੂੰ ਇਉਂ ਕਰਦੇ ਹੋ, ਥੋੜਾ ਜਿਹਾ ਉਹ ਗੰਦਾ ਲੱਗਦਾ ਹੈ। ਸੋਸਾਇਟੀ ਦੇ ਲਈ ਵੀ ਘਾਤਕ ਆ, ਸਾਡੇ ਲਈ ਵੀ ਘਾਤਕ ਆ, ਉਹ ਚੀਜ਼ਾਂ ਉਹ ਗੰਦੀਆਂ ਲੱਗਦੀਆਂ ਤੇ ਦੇਖਣ ਵਿੱਚ ਵੀ ਮੁਸ਼ਕਲ ਆਉਂਦੀ ਹੈ। ਤੇ ਇਦਾਂ ਦੇ ਮੈਂ ਤਾਂ ਕਲੋਜ਼ਿੰਗ ਪੁਆਇੰਟਸ ਨੇ ਆਹ ਮੈਂ ਗਲਾਜ਼ਤ ਵਾਲੀ ਗੱਲ 'ਚ ਕਹਿਣਾ ਚਾਹੁੰਦੀ ਹਾਂ, ਇਹ ਗਲਾਜ਼ਤ ਹਰ ਇੱਕ ਨੂੰ ਆਉਂਦੀ ਹੈ ਤੇ ਮੈਨੂੰ ਇਹ ਸੀਰੀਜ਼ 'ਚ ਸੁਣਨ ਨਾਲ ਇੰਨੀ ਇਹ ਗੱਲ ਨਹੀਂ ਫੀਲ ਹੁੰਦੀ, ਕਿਉਂਕਿ ਮੈਨੂੰ ਜਦੋਂ ਮੈਂ ਤੁਰਦੀ ਫਿਰਦੀ ਸਮਾਜ 'ਚ ਵੀ, ਮੈਂ ਇੱਥੋਂ ਤੱਕ ਕਿ ਮਾਰਕੀਟ ਜਾਵਾਂ ਜਾਂ ਕਿਸੇ ਵੀ ਕੰਮ ਜਾਵਾਂ, ਮੈਨੂੰ ਆਹੀ ਗਾਲਾਂ ਹਰ ਟਾਈਮ ਆਪਣੇ ਸਮਾਜ 'ਚ ਆਲੇ ਦੁਆਲੇ 'ਚ ਸੀਰੀਜ਼ 'ਚ ਦੇਖ ਲਈ, ਇਸ 'ਚ ਦੇਖ ਲਈ, ਸੇਮ ਹੀ ਸੁਣਦੀਆਂ ਨੇ। ਤੇ ਇਹ ਮੈਂ ਵੈਸੇ ਨਾ ਇਹ ਸਾਰਿਆਂ ਨੂੰ ਉਹ ਕਹਿਣਾ ਚਾਹੂੰਗੀ ਕਿ ਇੱਕ ਤੁਸੀਂ ਵਿਊਅਰ ਵੀ ਤੁਸੀਂ ਸਾਰੇ ਦੇਖ ਰਹੇ ਹੋ ਕਿ ਇਹ ਸਮਾਜ ਦੇ ਵਿੱਚ ਹੈ, ਤਾਂ ਹੀ ਇਹ ਚੀਜ਼ਾਂ ਤਾਂ ਹੀ ਇਹ ਚੀਜ਼ਾਂ ਉਹਨੂੰ ਨਿੰਦਣੀ ਵਜੋਂ ਪੇਸ਼ ਕਰਨਾ ਚਾਹੀਦਾ, ਨਿੰਦਣੀ ਵਜੋਂ ਪੇਸ਼ ਨਹੀਂ ਹੋਣਾ ਮੇਰੇ ਅਨੁਸਾਰ, ਉਹਨਾਂ ਨੂੰ ਨਾਰਮਲਾਈਜ਼ ਕੀਤਾ ਸਾਰੇ ਨਿੰਦਣੀ ਵਜੋਂ ਪੇਸ਼ ਕੀਤੇ ਕਰਦੇ ਤਾਂ ਬਹੁਤ ਵਧੀਆ ਲੱਗਦਾ। ਮੈਂ ਸਿਰਫ ਇਹ ਕਹਿਣਾ ਚਾਹੁੰਦੀ ਹਾਂ ਕਿ ਜੇ ਵਿਊਅਰ ਨੂੰ ਇਹ ਦੇਖ ਕੇ ਮਤਲਬ ਸੂਗ ਆਉਂਦੀ ਹੈ, ਗੰਦਾ ਫੀਲ ਹੁੰਦਾ, ਤਾਂ ਬਸ ਸਾਨੂੰ ਔਰਤਾਂ ਨੂੰ ਸੜਕਾਂ ਤੇ ਫਿਰਦੇ ਐਂ ਹੀ ਗੰਦਾ ਫੀਲ ਹੁੰਦਾ ਜਦੋਂ ਸਾਡੇ ਆਸ-ਪਾਸ ਗਰੁੱਪਾਂ 'ਚ ਬੈਠੇ ਮਰਦ ਇਹੋ ਜਿਹੀਆਂ ਗੱਲਾਂ ਆਪਸ 'ਚ ਗੱਲ ਕਰਨ ਲੱਗੇ ਕਰਦੇ ਆ। ਅਸਲ 'ਚ ਆਪਸ 'ਚ ਨਹੀਂ ਕਹਿੰਦੇ, ਅਸਲ 'ਚ ਆਉਂਦੀਆਂ ਜਾਂਦੀਆਂ ਕੁੜੀਆਂ ਜਿਹੜੀਆਂ ਨੂੰ ਦੇਖ ਕੇ ਗਾਲਾਂ ਕੱਢਦੇ ਨੇ, ਬਲਾਤਕਾਰ ਹੋ ਰਿਹਾ ਹੁੰਦਾ ਹੈ ਜੋ ਕਿ ਬਹੁਤ ਹੀ ਆਮ ਹੈ। ਤੇ ਹੁਣ ਹਰ ਕਿਸੇ ਦੇ ਕੋਲ ਖੜ ਕੇ ਤੁਸੀਂ ਉਹਨੂੰ ਉਹਨਾਂ ਹੀ ਗਾਲਾਂ ਨਾਲ ਦੁਬਾਰਾ ਨਵਾਜ ਨਹੀਂ ਸਕਦੇ ਹੁੰਦੇ। ਇਹ ਵੀ ਨਹੀਂ ਹੋ ਸਕਦਾ ਹੁੰਦਾ ਕਿ ਤੁਸੀਂ ਸਟਰੋਂਗ ਬਣੋ, ਹਰ ਕਿਸੇ ਤੇ ਜਾ ਕੇ ਤੁਸੀਂ ਹੌਕੀਆਂ ਨਹੀਂ ਮਾਰ ਸਕਦੇ। ਬਿਲਕੁਲ ਸਹੀ ਗੱਲ ਹੈ।
ਤੇ ਕਲੋਜ਼ਿੰਗ ਵਿੱਚ ਆਪਾਂ ਇਹ ਗੱਲ ਕਰਦੇ ਆਂ ਤੇ ਹੁਣ ਅਗਲਾ ਸੀਜ਼ਨ ਤੁਹਾਨੂੰ ਕੀ ਲੱਗਦਾ ਕਿ ਅੱਗੇ ਆਏਗਾ ਜਾਂ ਕੀ ਹੋਏਗਾ ਜਾਂ ਕੀ ਨਹੀਂ? ਮੈਂ ਜਿੰਨੀ ਕੁ ਖਬਰ ਸੁਣੀ ਹੈ ਕਿ ਮਿਰਜ਼ਾਪੁਰ 3 ਵੀ ਰਿਨਿਊ ਹੋ ਚੁੱਕਿਆ ਤੇ ਇੱਕ ਹੋਰ OTT ਪਲੇਟਫਾਰਮ ਤੇ ਜੌਨਪੁਰ ਬਾਰੇ ਵੀ ਇੱਕ ਨਵੀਂ ਸੀਰੀਜ਼ ਕੁਝ ਪ੍ਰੀਕੁਅਲ ਸੀਕੁਅਲ ਜੋ ਨਾਲ ਕੰਟੈਂਪਰੇਰੀ ਚੀਜ਼ ਚੱਲਦੀ ਹੈ, ਜੋ ਠੀਕ ਉਹਦੇ ਹੈ। ਨਾਲ ਚੱਲੇਗੀ। ਸੋ ਇਸ ਤਰ੍ਹਾਂ ਆਪਾਂ ਡਿਸਕਸ਼ਨ ਕਰਾਂਗੇ ਤੇ ਆਪਾਂ ਦਰਸ਼ਕਾਂ ਨਾਲ ਜੁੜਿਆ ਕਰਾਂਗੇ। ਠੀਕ ਹੈ। ਅਸੀਂ ਚਾਹੁੰਦੇ ਹਾਂ ਕਿ ਸਾਡੀ ਆਡੀਅנס ਸਾਨੂੰ ਪਲੀਜ਼ ਇਹਦੇ ਵਾਸਤੇ ਦੱਸੇ ਕਿ ਤੁਹਾਨੂੰ ਇਹ ਜੀ ਜਿਹੜੀ ਸਾਡੀ ਤਕਰਾਰ ਤੁਹਾਡੇ ਮਨ ਚ ਕਿਵੇਂ ਦੇ ਵਿਚਾਰ ਆਉਂਦੇ ਆ, ਸਾਨੂੰ ਦੱਸੋਗੇ। ਫਿਰ ਆਪਾਂ ਸਾਰੇ ਇੱਕ ਦੂਜੇ ਨਾਲ ਵਿਚਾਰ ਵਟਾਂਦਰਾ ਕਰਾਂਗੇ ਇੱਕ ਪਰਿਵਾਰ ਦੀ ਤਰ੍ਹਾਂ, ਇੱਕ ਸਮਾਜ ਦੇ ਵਿੱਚ ਬੈਠ ਕੇ ਆਪਾਂ ਜੇ ਸਾਰੇ ਸਮਾਜ ਨੂੰ ਇੱਕ ਪਰਿਵਾਰ ਸਮਝ ਕੇ ਉਹ ਵਿਚਾਰ ਕਰੀਏ ਫਿਰ ਹੀ ਅਸੀਂ ਸਮਾਜਿਕ ਕੋੜ ਦੂਰ ਕਰ ਸਕਾਂਗੇ। ਤੁਸੀਂ ਪਲੀਜ਼ ਕਮੈਂਟ ਸੈਕਸ਼ਨ ਦੇ ਵਿੱਚ ਤੁਹਾਨੂੰ ਵੀ ਅਗਰ ਜੇ ਤੁਸੀਂ ਇਹ ਸੀਰੀਜ਼ ਦੇਖੀ ਹੈ ਤਾਂ ਤੁਹਾਡੀ ਕੀ ਰਾਏ ਹੈ ਜਾਂ ਕੋਈ ਵੀ ਤੁਹਾਨੂੰ ਪੁਆਇੰਟ ਲੱਗਦਾ ਹੈ, ਤੁਸੀਂ ਪਲੀਜ਼ ਸਾਡੇ ਨਾਲ ਡਿਸਕਸ ਕਰ ਸਕਦੇ ਹੋ ਕਮੈਂਟ ਸੈਕਸ਼ਨ ਵਿੱਚ ਲਿਖ ਕੇ। ਤੇ ਬਾਕੀ ਚੈਨਲ ਨੂੰ ਲਾਈਕ ਕਰੋ, ਸਬਸਕ੍ਰਾਈਬ ਕਰੋ, ਬੈਲ ਆਈਕਨ ਦਬਾਓ ਤੇ ਆਪਣੀ ਰਾਏ ਜ਼ਰੂਰ ਦਿਓ। ਜੇ ਨਾ ਹੀ ਵੀ ਸਹਿਮਤ ਤੁਸੀਂ ਤਾਂ ਵੀ ਆਪਣੀ ਗੱਲ ਬੜੇ ਖੁੱਲ ਕੇ ਦੱਸ ਸਕਦੇ ਹੋ। ਇਹ ਜ਼ਰੂਰੀ ਨਹੀਂ ਕਿ ਤੁਸੀਂ ਪ੍ਰੇਜ਼ ਹੀ ਕਰਨੀ ਹੈ, ਜਾਂ ਫਿਰ ਸਾਨੂੰ ਪਤਾ ਕਿਵੇਂ ਲੱਗੂਗਾ ਕਿ ਕਿਹੜੀ ਚੀਜ਼ ਸਾਨੂੰ ਵੀ ਹੋ ਸਕਦਾ ਸਾਡਾ ਵੀ ਨਜ਼ਰੀਆ ਬਦਲ ਜਾਵੇ। ਸੋ ਤੁਸੀਂ ਆਪਦੀ ਗੱਲ ਖੁੱਲ ਕੇ ਕਮੈਂਟ ਬਾਕਸ ਦੇ ਵਿੱਚ ਦਰਜ ਜ਼ਰੂਰ ਕਰੋ। ਆਓ ਆਪਾਂ ਅੱਗੇ ਵੀ ਵਿਚਾਰ ਵਟਾਂਦਰਾ ਕਰਦੇ ਰਹੀਏ। ਹੁਣ ਵਾਸਤੇ ਇੰਨਾ ਹੀ। ਮਿਹਰਬਾਨੀ।